ਉਹ ਫਿਰ ਕੋਈ ਸ਼ਾਪਿੰਗ ਕੀਤੀ ਹੋਏਗੀ ਕਿ ਤੋਹਫਾ ਕੀ ਬੇਟੀ ਨੂੰ ਕੀ ਦਿਓ उधर दी शॉपिंग ही चल रही है जी 5 सितंबर तक जितना पता लगा ਪਾਲਿਆ ਜੀ ਜਿਸ ਦਾ ਇੰਤਜ਼ਾਰ ਤੁਹਾਡੇ ਮੇਰੇ ਵਾਸਤੇ ਇੱਕ ਨੋਰਮਲ ਵੀਡੀਓ ਹੋ ਸਕਦੀ ਹੈ, ਪਰ ਜਿਹੜਾ ਬੰਦਾ 1 ਸਾਲ ਤੋਂ ਆਪਣੇ ਜੀਵਨ ਸਾਥੀ ਤੋਂ ਵੱਖਰਾ ਰਹਿ ਰਿਹਾ ਔਰ ਉਹਨੂੰ ਇਹ ਨਹੀਂ ਪਤਾ ਕਿ ਉਹ ਕਦੋਂ ਉਹਨੂੰ ਮਿਲੇਗਾ। ਵੀ ਬਾਸ ਨੇ ਜੀ, ਸੋ ਲੰਬੇ ਸਮੇਂ ਤੋਂ ਆਪਣੇ ਸਪਾਊਸ ਦੇ ਕੋਲ ਜਾਣ ਦਾ ਇੰਤਜ਼ਾਰ ਕਰ ਰਹੇ ਸੀ, ਸੋ ਹੁਣ ਸਮਾਂ ਆ ਗਿਆ ਜੀ। ਸੋ ਫਿਰ ਕਿੱਦਾਂ ਸ਼ੋਪਿੰਗ ਕਰ ਲਈਏ? बस सर हूँ करते हैं, कल तो आइए भी पिया बस हुण होर इंतजार नहीं, इंतजार खत्म होया उन्हां पतियां दा, उन्हां पत्नियां दा जो एक दूसरे तो दूर, कोई कैनेडा बैठा सी ते कोई इंडिया। कैनेडा ने पिछले दिन ही बहुत सख्ती दिखाई हुई सी, यह मैसेज सब नूं सी, पर इस सख्ती दे विच इमीग्रेशन लॉन्च नामक एक कंपनी उन्हां स्पाउस दे सुपने साकार कर रही है जो एक दूसरे तो दूर ने। जी बिल्कुल, कैनेडा ने रुसवाई जदों शुरू की सी, पहला मसला लवप्रीत दा छिड़िया सी। और लवप्रीत जिसदी स्पाउस कैनेडा च सी ते उन्हां दे मुताबक वो कैनेडा जाके मुकर गई, यानी कि इन्ना रिस्क लैके पति पत्नी अपने च जुदाई पांदे सी, अपने रिश्तियां दी जुदाई दा रिस्क लैंदे सी। पर हुण वो रिस्क खत्म हो चुका है, क्योंकि जेकर तुहाडा विआह जेन्युइन है तो इमीग्रेशन लॉन्च तुहाडा सुपना साकार कर सकता है, पति पत्नी दी दूरी नूं खत्म कर सकता है। ਅੱਜ ਦੀ ਡੇਟ 'ਚ ਤੁਸੀਂ ਕਿਸੇ ਏਜੰਟ ਕੋਲ ਆਪਣੀ ਸਪਾਊਸ ਵੀਜ਼ੇ ਦੀ ਕੈਨੇਡਾ ਵਾਸਤੇ ਫਾਈਲ ਲੈ ਕੇ ਜਾਓ, ਪਹਿਲਾਂ ਤਾਂ ਉਹ ਤੁਹਾਨੂੰ ਨਾ ਹੀ ਕਰ ਦੇਗਾ, ਪਰ ਜੇਕਰ ਫਾਈਲ ਫੜ ਵੀ ਲਏਗਾ ਤੇ ਸ਼ਾਇਦ ਹੀ ਰਿਜ਼ਲਟ ਆਣ। ਪਰ ਸਾਨੂੰ ਪਤਾ ਲੱਗਿਆ ਜੋ ਕਿ ਕੈਨੇਡਾ ਸਰਕਾਰ ਤੋਂ ਰਜਿਸਟਰਡ ਹੈ ਤੇ ਫਾਈਲਿੰਗ ਵੀ ਪੰਜਾਬ 'ਚ ਹੀ ਕਰਦੀ ਹੈ। ਐਸੇ ਜੋੜਿਆਂ ਦੇ ਵੀਜ਼ੇ ਲਵਾ ਰਹੇ ਨੇ ਜਿਨ੍ਹਾਂ 'ਚ ਜੁਦਾਈ ਪਈ ਹੋਈ ਹੈ। ਸਭ ਤੋਂ ਖਾਸ ਗੱਲ ਜਿਸ ਨੇ ਸਾਨੂੰ ਹੈਰਾਨ ਕੀਤਾ, ਅਸੀਂ ਇਹਨਾਂ ਦੀਆਂ ਕੇਸ ਹਿਸਟਰੀਆਂ ਦੇਖਣ ਵਾਸਤੇ ਦੀ ਇਮੀਗ੍ਰੇਸ਼ਨ ਲੌਂਚ ਪਹੁੰਚ ਗਏ ਤੇ ਉੱਥੇ ਸਾਡੀ ਐਸੇ ਪਤੀਆਂ ਦੇ ਨਾਲ ਮੁਲਾਕਾਤ ਕਰਵਾਈ ਜਿਨ੍ਹਾਂ ਦੀਆਂ ਪਤਨੀਆਂ ਕੈਨੇਡਾ 'ਚ ਨੇ। ਔਰ ਸਭ ਤੋਂ ਖਾਸ ਗੱਲ ਕਿ ਇਹਨਾਂ ਨੇ ਉਹਨਾਂ ਪਤੀਆਂ ਨੂੰ 2-3 ਮਹੀਨੇ ਦੇ ਵਿੱਚ ਹੀ ਕੈਨੇਡਾ ਭੇਜਣ ਦਾ ਇੰਤਜ਼ਾਮ ਕਰ ਦਿੱਤਾ, ਯਾਨੀ ਕਿ ਸਿਰਫ 35 ਦਿਨਾਂ ਦੇ ਵਿੱਚ ਸਪਾਊਸ ਵੀਜ਼ਾ। ਇਹਨਾਂ ਦਾ ਦਾਅਵਾ ਹੈ ਕਿ ਅਸੀਂ ਜੋ ਕਹਿੰਦੇ ਆ ਉਹ ਆਪਣੇ ਮੂੰਹੋਂ ਨਹੀਂ ਕਹਿੰਦੇ, ਸਾਡੇ ਉਹ ਸਟੂਡੈਂਟ ਕਹਿੰਦੇ ਨੇ, ਸਾਡੇ ਉਹਨਾਂ ਸਟੂਡੈਂਟ ਦੇ ਡਿਪੈਂਡੈਂਟ ਕਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਸਪਾਊਸ ਵੀਜ਼ੇ ਤੇ ਕੈਨੇਡਾ ਭੇਜ ਰਹੇ ਹਾਂ। ਆਓ ਤੁਹਾਨੂੰ ਦਿਖਾਉਂਦੇ ਆ ਐਸੀਆਂ ਕੁਝ ਸਕਸੈਸ ਸਟੋਰੀਆਂ, ਕਿਵੇਂ ਕੁਝ ਦਿਨਾਂ ਦੇ ਵਿੱਚ ਹੀ ਇਹ ਪਤੀ ਆਪਣੀਆਂ ਪਤਨੀਆਂ ਦਾ ਦੀਦਾਰ ਕਰਨ ਹੁਣ ਜਾ ਰਹੇ ਨੇ ਕੈਨੇਡਾ। ਇਹੀ ਨਹੀਂ, ਉਹ ਵੀ ਪੂਰੇ ਸਪਾਊਸ ਓਪਨ ਵਰਕ ਪਰਮਿਟ ਦੇ ਨਾਲ, ਯਾਨੀ ਕਿ ਹੁਣ ਇਹ ਕੈਨੇਡਾ 'ਚ ਵਸਣਗੇ, ਉੱਥੇ ਕੰਮ ਕਰਨਗੇ, ਉੱਥੇ ਡਾਲਰ ਕਮਾਣਗੇ ਤੇ ਆਉਣ ਵਾਲੇ ਸਮੇਂ 'ਚ PR ਵੀ ਲੈਣਗੇ। ਤੇ ਆਓ ਚੱਲਦੇ ਹਾਂ ਦੀ ਇਮੀਗ੍ਰੇਸ਼ਨ ਲੌਂਚ। ਸੋ ਜੀ ਕੈਨੇਡਾ ਉਹ ਮੁਲਕ ਜਿਸ ਤੋਂ ਬਹੁਤ ਸਾਰੇ ਲੋਕਾਂ ਨੂੰ ਡਰ ਲੱਗ ਰਿਹਾ। ਕੈਨੇਡਾ ਨੂੰ ਲੈ ਕੇ ਬਹੁਤ ਨੈਗੇਟਿਵ ਖਬਰਾਂ ਦਿਖਾਈਆਂ, ਪਰ ਅੱਜ ਦੀ ਥੋੜੀ ਜਿਹੀ ਸੂਚਨਾ ਹੈ ਉਹ ਥੋੜੀ ਜਿਹੀ ਪੋਜ਼ਿਟਿਵ ਹੈ, ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਆਪਣੇ ਸਪਾਊਸ ਤੋਂ ਜੁਦਾ ਨੇ, ਯਾਨੀ ਕਿ ਉਹਨਾਂ ਦੇ ਪਤੀ ਜਾਂ ਪਤਨੀ ਵਿਦੇਸ਼ ਨੇ ਤੇ ਉਹ ਖੁਦ ਇੱਥੇ ਨੇ ਤੇ ਕੈਨੇਡਾ ਨਹੀਂ ਜਾ ਪਾ ਰਹੇ। ਡਰ ਕਹਿੰਦੇ ਨੇ ਡਰ ਤੋਂ ਅੱਗੇ ਜਿੱਤ ਹੁੰਦੀ ਹੈ। ਸੋ ਅੱਜ ਦੀਆਂ ਜਿਹੜੀਆਂ ਕੇਸ ਹਿਸਟਰੀਆਂ ਦਿਖਾ ਰਹੇ ਡਰ ਤੋਂ ਅੱਗੇ ਜਿੱਤ ਦੀਆਂ ਸਟੋਰੀਆਂ ਨੇ, ਕਿਉਂਕਿ ਕੈਨੇਡਾ ਦੇ ਉਹ ਵੀਜ਼ੇ ਦਿਖਾਉਣ ਜਾ ਰਹੇ ਜੀ ਜਿਸ ਨੂੰ ਲੈ ਕੇ ਤੁਸੀਂ ਸੋਚ ਰਹੇ ਹੋ ਕਿ ਅੱਜ ਦੀ ਡੇਟ 'ਚ ਵੀਜ਼ੇ ਆ ਹੀ ਨਹੀਂ ਸਕਦੇ। ਕੁਝ ਸਮਾਂ ਪਹਿਲੇ ਇੱਕ ਕੇਸ ਸੁਣਿਆ ਸੀ ਜੀ ਆਪਾਂ ਸਾਰਿਆਂ ਨੇ, ਲਵਪ੍ਰੀਤ ਦਾ। ਉਹ ਕੇਸ ਇਹੋ ਜਿਹਾ ਕੇਸ ਸੀ ਜਿਸ ਨੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਵੀ ਹਿਲਾਤਾ ਸੀ ਔਰ ਕੈਨੇਡਾ ਦੀ ਸਰਕਾਰ ਨੂੰ ਵੀ ਉਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਸਪਸ਼ਟੀਕਰਨ ਦੇਣੇ ਪੈ ਗਏ ਸੀ। ਕਿਉਂ? ਉਹ ਮਸਲਾ ਕੀ ਸੀ? ਉਹ ਮਸਲਾ ਇਹੀ ਸੀਗਾ ਪਤੀ ਪਤਨੀ ਦੀ ਜੁਦਾਈ ਦਾ। ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਪਤੀ ਪਤਨੀ ਦੇ ਵਿੱਚ ਐਸੀ ਜੁਦਾਈ ਪਈ ਕਿ ਇੱਕ ਸ਼ਖਸ ਦੀ ਜਾਨ ਚਲ ਗਈ। ਨਾਲ ਇਸ ਦੇ ਨਾਲ ਹੀ ਇਸ ਮੁੱਦੇ ਨੇ ਕਈਆਂ ਨੂੰ ਝੰਜੋੜ ਕੇ ਰੱਖਤਾ। ਸੋ ਅੱਜ ਦੀ ਗੱਲ ਪੋਜ਼ਿਟਿਵ, ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜੀ, ਜਿਵੇਂ ਕਿ ਨਾਮ ਹੀ ਹੈ ਇਮੀਗ੍ਰੇਸ਼ਨ ਲੌਂਚ। ਸੋ ਇਹਦਾ ਮਤਲਬ ਸਾਫ਼ ਹੈ ਕਿ ਇੱਥੇ ਕੁਝ ਅਜਿਹਾ ਹੁੰਦਾ ਹੈ ਜਿਸ ਦਾ ਸਿੱਧਾ ਫਾਇਦਾ ਤੁਹਾਨੂੰ ਹੋਵੇ। ਸੋ ਅੱਜ ਦੇ ਕੇਸ ਨੇ ਜੀ ਉਹਨਾਂ ਸਪਾਊਸ ਦੇ ਜਿਹੜੇ ਕਿ ਆਪਣੇ ਸਪਾਊਸ ਤੋਂ ਜੁਦਾ ਸੀ। ਸੋ ਇਸੇ ਮਸਲੇ ਦੇ ਵਿੱਚ ਜਾਣਕਾਰੀ ਲੈਣ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਔਰ ਬਹੁਤ ਸਵਾਗਤ ਕਰਦੇ ਹਾਂ ਸਰ, ਬਹੁਤ ਵੈਲਕਮ ਹੈ ਜੀ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਅੱਜ ਮੌਕਾ ਦੇਣ ਵਾਸਤੇ, ਖਾਸ ਕਰ ਸਾਡੇ ਆਫਿਸ ਆਉਣ ਵਾਸਤੇ, ਜਿਹੜੇ ਸਪਾਊਸ ਰੀਸੈਂਟ ਅਪਰੂਵਲ ਮਿਲੀਆਂ ਨੇ। ਸੋ ਅਸੀਂ ਉਮੀਦ ਰੱਖਦੇ ਹਾਂ ਕਿ ਜਿਹੜੇ ਇਹ ਕੇਸਿਸ ਨੇ ਇਹਨਾਂ ਨੂੰ ਦੇਖ ਕੇ, ਜਾਣ ਕੇ, ਸਮਝ ਕੇ ਜਿਹੜੇ ਹੋਰ ਇਹ ਲੋਕੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਗਾਈਡੈਂਸ ਮਿਲੇਗੀ ਜੀ। ਸਰ ਵੈਸੇ ਤਾਂ ਧੰਨਵਾਦ ਸਾਨੂੰ ਕਰਨਾ ਚਾਹੀਦਾ ਜੀ, ਕਿਉਂਕਿ ਅੱਜ ਦੀ ਡੇਟ 'ਚ ਕੈਨੇਡਾ ਬਹੁਤ ਨੈਗੇਟਿਵ ਹੈ। ਇਵਨ ਕਿ ਆਪਾਂ ਵੀ ਇਹ ਕਹਿੰਦੇ ਹਾਂ ਜੀ ਹਰ ਵੀਡੀਓ 'ਚ ਕੈਨੇਡਾ ਦਾ ਵੀਜ਼ਾ ਨਹੀਂ ਆਉਂਦਾ, ਪਰ ਬਹੁਤ ਲੰਬੇ ਸਮੇਂ ਬਾਅਦ ਮੈਂ ਇਹੋ ਜਿਹੀ ਵੀਡੀਓ ਕਰ ਰਿਹਾ ਜੀ ਜਿਸ ਦੇ ਵਿੱਚ ਮੈਂ ਆਪਣੇ ਮੂੰਹੋਂ ਕਹਿ ਰਿਹਾ ਕਿ ਕੈਨੇਡਾ ऐसे वीजे दे रहा है जिन्हों लैके तुसी हैरान हो जाओगे। तो सर मसला बड़ा संवेदनशील भी हैगा वा, क्योंकि तुहाडा तां चलो प्रोफैशन है,
ਤੁਹਾਡੇ ਵਾਸਤੇ ਵੀ ਓਨਾ ਹੀ ਸੰਵੇਦਨਸ਼ੀਲ ਹੋਏਗਾ, ਕਿਉਂਕਿ ਤੁਸੀਂ ਉਸ ਇਮੋਸ਼ਨ ਨੂੰ ਕੋਲੋਂ ਦੇਖਦੇ ਹੋ। ਜਦੋਂ ਵੀ ਕੋਈ ਪਤੀ ਜਾਂ ਪਤਨੀ ਤੁਹਾਡੇ ਕੋਲ ਆਉਂਦਾ ਹੈ, ਉਸ ਦਾ ਪਤੀ ਜਾਂ ਪਤਨੀ ਵਿਦੇਸ਼ 'ਚ ਹੁੰਦਾ, ਸੋ ਇਮੋਸ਼ਨਲ ਕਨੈਕਟ ਹੋ ਜਾਂਦਾ, ਕਿਉਂਕਿ ਬਿਲਕੁਲ ਜੀ। ਜੁਦਾਈ ਹੁੰਦੀ ਹੈ, ਫਿਰ ਡਰ ਹੁੰਦਾ ਕਿ ਰਿਫਿਊਜ਼ ਨਾ ਹੋ ਜਾਏ, ਫਿਰ ਕਿਉਂਕਿ ਪਿੱਛੇ ਜੋ ਕੁਝ ਹੋਇਆ ਸਭ ਨੂੰ ਪਤਾ ਹੈ। ਇਹੋ ਜਿਹੇ ਕੇਸਾਂ ਨੂੰ ਲੈ ਕੇ, ਕਿਉਂਕਿ ਕੰਟਰੈਕਟ ਮੈਰਿਜਸ ਜਿਹੜੀ ਆ ਉਹ ਤੁਹਾਡੇ ਵਾਸਤੇ ਜ਼ਿਆਦਾ ਚੈਲੰਜ ਬਣ ਜਾਂਦੀ ਹੈ, ਕਿਉਂਕਿ ਐਮਬੈਸੀ ਕਈ ਵਾਰੀ ਜੈਨੂਅਨ ਮੈਰਿਜ ਤੇ ਵੀ ਸ਼ੱਕ ਕਰਦੀ ਹੈ, ਔਰ ਇਹੀ ਵਜ੍ਹਾ ਹੈ ਕਿ ਕਈ ਲੋਕ ਬਾਹਰ ਨਹੀਂ ਜਾ ਪਾ ਰਹੇ ਔਰ ਕਈ ਅਪਲਾਈ ਨਹੀਂ ਕਰ ਰਹੇ ਡਰ ਤੋਂ। ਸੋ ਅੱਜ ਦੇ ਕੇਸ ਦੀ ਜਿਹੜੀ ਹੈ ਕੇਸ ਹਿਸਟਰੀ ਦੀ ਸ਼ੁਰੂਆਤ ਕਰੋ, ਪੋਜ਼ਿਟਿਵ ਤਰੀਕੇ ਨਾਲ ਦੱਸੋ ਕਿ ਇਹ ਵੀਜ਼ੇ ਤੁਸੀਂ ਲਏ ਕਿੱਦਾਂ, ਕਿਉਂਕਿ ਕਈ ਮੈਂ ਚੀਜ਼ਾਂ ਦੇਖਦਾ ਪਿਆ ਕਿ ਸਿਰਫ 2-4 ਮਹੀਨੇ ਦੇ ਵਿੱਚ ਹੀ ਤੁਸੀਂ ਸਪਾਊਸ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ, ਇਹ ਕਿੱਦਾਂ ਪੋਸੀਬਲ ਹੋਇਆ? ਸਰ ਤੁਸੀਂ ਬੜਾ ਵਧੀਆ ਸਵਾਲ ਚੱਕਿਆ ਅੱਜ ਕਿ ਜਿਹੜਾ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਦਾ ਆਬਜੈਕਟਿਵ ਫੈਮਿਲੀ ਰੀਯੂਨੀਫਿਕੇਸ਼ਨ ਯਾਨੀ ਕਿ ਹਸਬੈਂਡ ਤੇ ਵਾਈਫ ਨੂੰ ਇਕੱਠੇ ਕਰਨ ਵਾਸਤੇ ਇਮੀਗ੍ਰੇਸ਼ਨ ਬਹੁਤ ਪੋਜ਼ਿਟਿਵ ਹੈ ਜੀ। ਬਟ ਸਵਾਲ ਉਦੋਂ ਖੜਾ ਹੁੰਦਾ ਹੈ ਜਦੋਂ ਕਿ ਲੋਕੀ ਇਸ ਜਿਹੜਾ ਆਬਜੈਕਟਿਵ ਹੈ ਇਹਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਸੋ ਐਜ਼ ਅ ਰਜਿਸਟਰਡ ਕੰਸਲਟੈਂਟ, ਐਜ਼ ਅ ਮੈਂਬਰ ਆਫ ਜਿਹੜਾ CICC, ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਜਿਹੜੇ ਸਪਾਊਸਸ ਨੇ ਉਹਨਾਂ ਦੇ ਕੇਸ ਨੂੰ ਅਸੀਂ ਐਮਬੈਸੀ ਅੱਗੇ ਇੱਕ ਬੜੇ ਚੰਗੇ ਤਰੀਕੇ ਨਾਲ ਪ੍ਰੈਜ਼ੈਂਟ ਕਰੀਏ, ਉਹਨਾਂ ਦੇ ਜਿਹੜੇ ਵੀ ਸਟਰੋਂਗ ਪੁਆਇੰਟਸ ਨੇ ਉਹ ਫਾਈਲ ਦੇ ਥਰੂ ਅਸੀਂ ਵੀਜ਼ਾ ਅਫਸਰ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਆਪਣੇ ਹਸਬੈਂਡ ਵਾਈਫ ਨੂੰ ਇਕੱਠੇ ਹੋਣ ਦਾ ਮੌਕਾ ਮਿਲੇ ਕੈਨੇਡਾ 'ਚ। ਨਾਲ ਦੇ ਨਾਲ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਸਪਾਊਸ ਜਿਹੜਾ ਸਕਸੈਸ ਰੇਟ ਜਿਹੜਾ ਚੱਲ ਰਿਹਾ ਹੈ, ਸਾਡੇ ਜਿਹਨਾਂ ਵੀਜ਼ੇ ਆ ਰਹੇ ਆ ਬਹੁਤ ਘੱਟ ਟਾਈਮ ਲੱਗ ਰਿਹਾ ਹੈ। ਡੈਫੀਨਿਟਲੀ ਐਮਬੈਸੀ ਨੇ ਪ੍ਰੋਸੈਸਿੰਗ ਬਹੁਤ ਫਾਸਟ ਕੀਤੀ ਹੈ, ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਲੇਬਰ ਸ਼ਾਰਟੇਜ ਕੈਨੇਡਾ 'ਚ ਬਹੁਤ ਚੱਲ ਰਹੀ ਹੈ ਇਸ ਟਾਈਮ। ਸੋ ਵਰਕ ਪਰਮਿਟ ਇੱਕ ਇਹੋ ਜਿਹਾ ਸਾਧਨ ਹੈਗਾ ਜਿਹਦੇ ਨਾਲ ਹਸਬੈਂਡ ਉੱਥੇ ਜਾ ਕੇ ਫੁੱਲ ਟਾਈਮ ਕੰਮ ਕਰ ਸਕਦੇ ਨੇ ਤੇ ਗਵਰਨਮੈਂਟ ਉਸ ਦੇ ਵਿੱਚ ਖੁਸ਼ ਹੈਗੀ ਹੈ ਕਿ ਲੇਬਰ ਮਾਰਕੀਟ ਜਿਹੜੀ ਸ਼ਾਰਟੇਜ ਆ ਉਹ ਭਰੀ ਜਾ ਰਹੀ ਹੈ ਜੀ। ਸੋ ਕਿਤੇ ਨਾ ਕਿਤੇ ਜੀ, ਕਿਉਂਕਿ ਠੀਕ ਹੈ ਕਿ ਮਾਰਕੀਟ ਦੇ ਵਿੱਚ ਬਹੁਤ ਤਰੀਕੇ ਦੀ ਗੱਲਾਂ ਚੱਲਦੀਆਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ, ਕੈਨੇਡਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ, ਕੇਸ ਹਿਸਟਰੀਆਂ ਵੀ ਹੈਗੀਆਂ, ਇਹੋ ਜਿਹੀ ਗੱਲ ਨਹੀਂ ਹੈਗੀ ਕਿ ਬੇਸਲੈਸ ਗੱਲ ਹੈ। ਕੈਨੇਡਾ ਨੇ ਵੀਜ਼ੇ ਤਾਂ ਔਖੇ ਕੀਤੇ ਆ, ਪਰ ਜਿਹੜੀਆਂ ਪ੍ਰੋਫਾਈਲਾਂ ਤੁਸੀਂ ਲੈ ਕੇ ਆਏ ਹੋ ਉਹਦੇ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ। ਮਤਲਬ ਕਿ ਇਹ ਹਜੇ ਤਾਂ ਸਟੂਡੈਂਟ ਹੀ ਭੱਜੀ ਫਿਰਦੇ ਨੇ ਕਿ ਆਪਾਂ ਵੀਜ਼ਾ ਅਪਲਾਈ ਨਹੀਂ ਕਰਨਾ। ਇਹ ਤਾਂ ਮਤਲਬ ਸਟੱਡੀ ਪਰਮਿਟ ਜੇ ਕਿਸੇ ਇੱਕ ਦਾ ਲੱਗ ਗਿਆ ਤੇ ਉਸ ਤੋਂ ਬਾਅਦ ਤੇ ਦੂਸਰਾ ਬੰਦਾ ਜਾ ਰਿਹਾ, ਇਹਨੂੰ ਲੈ ਕੇ ਥੋੜਾ ਜਿਹਾ ਦੱਸੋ ਕਿ ਇਹ ਪੋਸੀਬਲ ਕਿੱਦਾਂ ਹੈ, ਕਿਉਂਕਿ ਇਹ ਇੰਪੋਸੀਬਲ ਗੱਲ ਲੱਗ ਰਹੀ ਹੈ ਅੱਜ ਦੀ ਡੇਟ 'ਤੇ, ਕਿਉਂਕਿ ਜਿੰਨੀਆਂ ਕੇਸ ਹਿਸਟਰੀਆਂ ਆਪਾਂ ਅੱਜ ਵੀ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਕਿ ਇੰਨੇ ਵੀਜ਼ੇ ਲੱਗ ਗਏ ਔਰ ਲੋਕੀ ਕਹਿੰਦੇ ਕੈਨੇਡਾ ਦੇ ਵੀਜ਼ੇ ਨਹੀਂ ਆ ਰਹੇ। ਦੇਖੋ ਜੀ, ਓਪਨ ਵਰਕ ਵਿੰਡੋ ਲੈ ਕੇ ਆਬਵੀਅਸਲੀ ਮਾਰਕੀਟ 'ਚ ਬਹੁਤ ਤਰੀਕੇ ਦੇ ਸਵਾਲ ਨੇ, ਬਹੁਤ ਤਰੀਕੇ ਦੇ ਡਾਊਟ ਨੇ। ਸੋ ਇਸ ਵੀਡੀਓ ਥਰੂ ਮੈਂ ਕੋਸ਼ਿਸ਼ ਕਰਾਂਗਾ ਕਿ ਬਹੁਤ ਸਾਰੇ ਡਾਊਟਸ ਆਪਾਂ ਕਲੀਅਰ ਕਰ ਦਈਏ। ਪਹਿਲੀ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਸਪਾਊਸ ਤੁਹਾਡਾ ਜੇ ਕੈਨੇਡਾ ਸਟੱਡੀ ਕਰਨ ਜਾ ਰਿਹਾ ਹੈ ਤੇ ਉਹਦੇ ਹਸਬੈਂਡ ਨੂੰ ਇੱਥੇ ਵੇਟ ਕਰਨ ਦੀ ਲੋੜ ਨਹੀਂ ਹੈ। ਬਹੁਤ ਲੋਕੀ ਸਮਝਦੇ ਨੇ ਕਿ ਸਾਡੀ ਫਾਈਲ 6 ਮਹੀਨੇ ਬਾਅਦ ਜਾਂ ਸਾਲ ਬਾਅਦ ਹੀ ਲੱਗ ਸਕਦੀ ਹੈ, ਜਦਕਿ ਇਹ ਬੇਸਲੈਸ ਗੱਲ ਹੈ। ਅਸੀਂ ਇਹੋ ਜਿਹੇ ਵੀਜ਼ੇ ਤੁਹਾਨੂੰ ਦਿਖਾ ਦਿੰਦੇ ਹਾਂ ਜਿਹਦੇ ਅੰਦਰ ਕੀ ਜਿਹੜੀ ਫਾਈਲ ਸਬਮਿਸ਼ਨ ਸਪਾਊਸ ਦੀ ਹੈਗੀ ਹੈ, ਅਸੀਂ ਵਿਦਿਨ 1 ਮੰਥ ਵੀ ਕੀਤੀ ਹੋਈ ਹੈ ਤੇ 2-2 ਮਹੀਨੇ 'ਚ ਉਹਨਾਂ ਦੇ ਵੀਜ਼ੇ ਆ ਰਹੇ ਆ। ਇਹ ਦੇਖੋ, ਇਹਦੇ ਪਿੱਛੇ ਬਹੁਤ ਸਾਰੀ ਰਿਸਰਚ ਲੱਗਦੀ ਹੈ। ਅਸੀਂ ਲਾਇਸੈਂਸਡ ਹੈਗੇ ਹਾਂ, ਅਸੀਂ ਇਮੀਗ੍ਰੇਸ਼ਨ ਲਾਅ ਨੂੰ ਜਾਣਦੇ ਹਾਂ, ਠੀਕ ਹੈ। ਸੋ ਜਿਹੜੀ ਸਟੱਡੀ ਅਸੀਂ ਕੀਤੀ ਹੈ ਉਹਦੇ ਮੁਤਾਬਕ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਜਿਹੜਾ ਸਪਾਊਸ ਨੂੰ ਰੋਕ ਸਕੇ ਇੰਡੀਆ 'ਚ ਕਿ ਤੁਸੀਂ ਕੈਨੇਡਾ ਟਰੈਵਲ ਨਹੀਂ ਕਰ ਸਕਦੇ, ਠੀਕ ਹੈ। ਸੋ ਬਿਨਾਂ ਝਿਜਕ ਦੇ, ਬਿਨਾਂ ਡਰ ਦੇ ਤੁਸੀਂ ਸਾਡੇ ਕੋਲ ਆਓ, ਸਾਡੇ ਦਫ਼ਤਰ 'ਚ ਆਓ, ਤੁਹਾਨੂੰ ਪੂਰੀ ਗਾਈਡੈਂਸ ਦਿੱਤੀ ਜਾਏਗੀ ਕਿ ਕਿਹੜਾ ਸਹੀ ਟਾਈਮ ਹੈ ਤੁਹਾਡੀ ਫਾਈਲ ਸਬਮਿਟ ਕਰਨ ਦਾ। ਉਹ ਸਾਨੂੰ ਪਤਾ ਹੈ, ਅਸੀਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਤੁਹਾਡੇ ਕੇਸ ਬਾਰੇ ਤੇ ਹੋਪਫੁਲੀ ਤੁਹਾਨੂੰ ਸਕਸੈਸ ਮਿਲੇਗੀ। ਦੇਖੋ ਜੀ, ਇਹ ਕਹਿ ਰਹੇ ਨੇ, ਇਹ ਜੋ ਗੱਲ ਕਹਿ ਰਹੇ ਨੇ ਮੈਂ ਇਹਨਾਂ ਦੇ ਨਾਲ ਸਹਿਮਤ ਨਹੀਂ ਹਾਂ ਉਦੋਂ ਤੱਕ ਜਦੋਂ ਤੱਕ ਕਿ ਆਪਾਂ ਕੇਸ ਦੇਖ ਨਾ ਲਈਏ ਜਿਹੜੇ ਇਹਨਾਂ ਨੇ ਸਕਸੈਸ ਕੀਤੇ ਨੇ, ਕਿਉਂਕਿ ਆਮ ਤੌਰ ਤੇ ਇਮੀਗ੍ਰੇਸ਼ਨ ਇੰਡਸਟਰੀ 'ਚ ਅਸੀਂ ਉਹੀ ਗੱਲ ਕਰਦੇ ਜੋ ਇੰਡਸਟਰੀ 'ਚ ਚੱਲਦੀ ਹੈ। ਇੰਡਸਟਰੀ 'ਚ ਗੱਲ ਚੱਲਦੀ ਹੈ ਜੀ, ਇਸ ਟਾਈਮ ਸਬਰ ਕਰਨਾ ਚਾਹੀਦਾ, ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੈ, ਪਰ ਇਹਨਾਂ ਦੇ ਮੁਤਾਬਕ ਤਾਂ ਸਬਰ ਦਾ ਫਲ ਕੌੜਾ ਜੀ। ਇਹੀ ਕਹਿਣਾ ਚਾਹ ਰਹੇ ਹੋ ਜੀ ਤੁਸੀਂ? ਜੀ ਬਿਲਕੁਲ। ਜੇ ਲੋਕੀ ਸਮਝਦੇ ਹੈਗੇ ਜੀ ਵੇਟ ਕਰਨੀ ਚਾਹੀਦੀ ਹੈਗੀ, ਜਿਹੜੇ ਆਮ ਏਜੰਟ ਕਹਿੰਦੇ ਆ, ਜਿਹੜੇ ਸਾਡੇ ਐਪਲੀਕੈਂਟ ਹੁੰਦੇ ਆ ਕਿ ਤੁਸੀਂ ਸਾਲ ਬਾਅਦ ਵੇਟ ਫਾਈਲ ਲਾਓ ਆਪਣੀ ਜਾਂ 6 ਮਹੀਨੇ ਬਾਅਦ ਲਾਓ, ਤਾਂ ਆਬਵੀਅਸਲੀ ਕਈ ਵਾਰੀ ਜਿਹੜਾ ਮਿੱਠਾ ਫਲ ਹੈ ਜੇ ਵੇਟ ਕਰਨ ਕਰਕੇ ਕੌੜਾ ਬਣ ਰਿਹਾ ਵਾ, ਸੋ ਚੀਜ਼ ਗਲਤ ਹੈਗੀ ਹੈ। ਸੋ ਦੋਸਤੋ, ਮੈਂ ਪਹਿਲੇ ਕਿਹਾ ਸੀ ਕਿ ਅੱਜ ਦੀ ਵੀਡੀਓ ਥੋੜੀ ਵੱਖਰੀ ਹੋਣ ਵਾਲੀ ਹੈ। ਤੁਸੀਂ ਜਿੰਨੇ ਵੀ ਏਜੰਟਸ ਕੋਲ ਗਏ ਹੋਗੇ, ਖਾਸ ਕਰ ਸਪਾਊਸ ਵਾਲੇ, ਉਹਨਾਂ ਨੂੰ ਹਰ ਬੰਦੇ ਨੇ ਇਹੀ ਸਲਾਹ ਦਿੱਤੀ ਹੋਣੀ। ਕਿਸੇ ਨੇ ਕਿਹਾ ਹੋਣਾ 5 ਮਹੀਨੇ ਰੁਕ ਜਾਓ, ਕਿਸੇ ਨੇ ਕਿਹਾ ਹੋਣਾ ਸਾਲ ਰੁਕ ਜਾਓ, ਕਿਸੇ ਨੇ ਨਹੀਂ ਕਿਹਾ ਹੋਣਾ ਕਿ ਅੱਜ ਹੀ ਮੈਂ ਤੁਹਾਡੀ ਫਾਈਲ ਲੈਣਾ। ਹਾਂ, ਬੇਸ਼ੱਕ ਉਹ ਠੱਗ ਨਾ ਹੋਵੇ, ਜੇ ਕੋਈ ਠੱਗ ਹੋਏਗਾ ਤਾਂ ਤੁਹਾਡੀ ਫਾਈਲ ਰੱਖ ਲੇਗਾ, ਪਰ ਇੱਥੇ ਦੀ ਸਿਚੁਏਸ਼ਨ ਵੱਖਰੀ ਹੈ। ਵਿਦ ਐਗਜ਼ਾਮਪਲ ਗੱਲ ਕਰ ਰਹੇ ਨੇ, ਸੋ ਐਗਜ਼ਾਮਪਲ ਦੇ ਨਾਲ ਗੱਲ ਕਰ ਰਹੇ ਹੋ ਤਾਂ ਐਗਜ਼ਾਮਪਲ ਫਿਰ ਦਿਖਾ ਵੀ ਦਈਏ ਜੀ ਦਰਸ਼ਕਾਂ ਨੂੰ। ਸੋ ਪਹਿਲਾ ਸਟੂਡੈਂਟ ਬਣਾਓ ਜੀ, ਕਿਹੜਾ ਬਣਾ ਰਹੇ ਹੋ? ਚੰਦਨਦੀਪ ਸਿੰਘ ਹੈਗੇ ਜੀ ਪਹਿਲੇ ਸਾਡੇ ਐਪਲੀਕੈਂਟ, ਜਿਹੜੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਆ, ਤੇ ਆਪਾਂ ਪੂਰੀ ਕੇਸ ਹਿਸਟਰੀ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਾਂਗੇ, ਤੁਹਾਨੂੰ ਪਤਾ ਲੱਗ ਜਾਏਗਾ ਕੀ ਸੱਚ ਹੈ ਤੇ ਕੀ ਝੂਠ ਹੈ ਜੀ। ਸੋ ਚੰਦਨ ਜੀ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਚੰਦਨ ਜੀ, ਸੋ ਚੰਦਨ ਜੀ ਨੂੰ ਪਹਿਲੇ ਤਾਂ ਮੁਬਾਰਕਾਂ ਦਿੰਦੇ ਆ ਜੀ। ਚੰਦਨਦੀਪ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਥੈਂਕ ਯੂ ਸੋ ਮਚ। ਸੋ ਤੁਸੀਂ ਇਕੱਲੇ ਆਏ ਹੋ ਜੀ? ਨਹੀਂ, ਮੇਰੇ ਮਦਰ ਵੀ ਨਾਲ ਬੁਲਾਓ ਜੀ, ਫਿਰ ਮਾਤਾ ਜੀ ਨੂੰ ਵੀ ਬੁਲਾਓ। ਸੋ ਚੰਦਨਦੀਪ ਜੀ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਆਪਣੇ ਸਪਾਊਸ ਨੂੰ ਮਿਲਣ ਦਾ, ਔਰ ਇਹਨਾਂ ਦੇ ਕੇਸ 'ਚ ਇੱਕ ਗੱਲ ਹੋਰ ਖਾਸ ਹੈ ਜੀ ਕਿ ਇਹ ਪਿਤਾ ਬਣ ਗਏ ਨੇ ਔਰ ਪਹਿਲੀ ਵਾਰੀ
ਆਪਣੀ ਜਿਹੜੀ ਬੇਟੀ ਦਾ ਦੀਦਾਰ ਕਰਨਗੇ ਉੱਥੇ ਜਾ ਕੇ, ਔਰ ਇਹ ਮੌਕਾ ਉਹਨਾਂ ਨੂੰ ਮਿਲਿਆ ਵਾ ਦੀ ਇਮੀਗ੍ਰੇਸ਼ਨ ਲਾਉਂਜ ਦੇ ਜ਼ਰੀਏ। ਸੋ ਇੰਨੀ ਜਲਦੀ ਹੈਰਾਨ ਕਰਨ ਵਾਲਾ ਕੇਸ ਹੈ ਜੀ। ਹੈਰਾਨ ਕਰਨ ਵਾਲਾ ਤਾਂ ਕਹਿੰਦਾ ਕੋਈ ਟਾਈਮ ਸੀ ਕੈਨੇਡਾ ਧੜਾਧੜ ਵੀਜ਼ੇ ਦਿੰਦਾ ਸੀ, ਪਰ ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਵਾ ਜੇ ਪਰਫੈਕਟ ਥਾਂ ਤੇ ਆਓਗੇ ਤਾਂ ਹੀ ਪਰਫੈਕਟ ਵੀਜ਼ਾ ਮਿਲੇਗਾ। ਸੋ ਜਿਸ ਤਰੀਕੇ ਦਾ ਇਹਨਾਂ ਦਾ ਕੇਸ ਹੈ ਇਹਨਾਂ ਕੋਲ ਹੀ ਪੁੱਛਦੇ ਆ, ਕਿਉਂਕਿ ਆਪ ਗੱਲ ਕਰਾਂਗੇ ਗੱਲ ਹੋਰ ਹੁੰਦੀ ਹੈ, ਕਿਉਂਕਿ ਮੈਂ ਉਹ ਗੱਲ ਕਰ ਰਿਹਾ ਜਿਹੜੀ ਇਹਨਾਂ ਨੇ ਦੱਸੀ ਆ। ਹੁਣ ਇਹਨਾਂ ਤੋਂ ਪੁੱਛਦੇ ਜੀ ਸੱਚਾਈ ਕਿੰਨੀ। ਜੀ ਚੰਦਨ ਜੀ ਪਹਿਲੇ ਤਾਂ ਇਹ ਦੱਸੋ ਜੀ ਕਿ ਤੁਸੀਂ ਕਦੋਂ ਆਪ ਤੁਹਾਡੀ ਮੈਰਿਜ ਕਦੋਂ ਹੋਈ ਸੀ? ਮੇਰੀ ਮੈਰਿਜ ਜੀ 2 ਸਾਲ ਪਹਿਲੇ ਹੋਈ ਸੀਗੀ ਅਗਸਤ ਨੂੰ ਜੀ। ਤੇ ਉਸ ਤੋਂ ਬਾਅਦ ਮੈਂ ਫਾਈਲ ਲਾਈ ਰੀਸੈਂਟਲੀ ਮਈ 'ਚ ਗਏ ਮੇਰੀ ਵਾਈਫ ਜੀ ਮਈ 2022 ਚ। ਹਾਂਜੀ ਹਾਂਜੀ ਸੋ ਨੋਟ ਕਰੋ ਜੀ ਮਈ 2022 ਅੱਜ ਦੀ ਡੇਟ 'ਚ ਜਿਹੜੇ ਵੀ ਏਜੰਟ ਕੋਲ ਜਾਓਗੇ ਇਹ ਤੁਹਾਨੂੰ ਵੀ ਪਤਾ ਲੱਗ ਗਿਆ ਹੈਗਾ ਇਹੀ ਗੱਲ ਸੁਣਦੇ ਕਿ ਪੋਸੀਬਲ ਨਹੀਂ ਹੈਗਾ ਕੋਈ ਜੈਨੂਅਨ ਏਜੰਟ ਤੁਹਾਡੀ ਫਾਈਲ ਫੜ ਲਵੇ ਕਿ ਮਈ 2022 ਦੇ ਵਿੱਚ ਇਹਨਾਂ ਦੀ ਵਾਈਫ ਜਾ ਰਹੀ ਹੈ। ਤੇ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਵਾ ਕਿ ਜੇ ਨੈਚੁਰਲੀ ਗੱਲ ਅੱਜ ਇਹਨਾਂ ਦੇ ਹੱਥ 'ਚ ਵੀਜ਼ਾ ਵਾ ਤੇ ਤੁਹਾਨੂੰ ਵੀ ਪਤਾ ਕਿ ਅੰਬੈਸੀ 'ਚ ਵੀ ਪ੍ਰੋਸੈਸਿੰਗ ਦਾ ਜਿਹੜਾ ਟਾਈਮ ਲੱਗਦਾ ਮਹੀਨਾ 2 ਮਹੀਨੇ 3 ਮਹੀਨੇ ਲੱਗੇ ਹੋਣਗੇ, ਵੀ ਪੁੱਛਣਾ ਨੇ ਕਿੰਨਾ ਟਾਈਮ ਲੱਗਾ। ਸੋ ਫਾਈਲ ਕਦੋਂ ਪ੍ਰੋਸੈਸ ਕੀਤੀ ਜੀ ਤੁਸੀਂ ਇਹਨਾਂ ਕੋਲ ਕਦੋਂ ਆਏ? ਮੈਂ ਜੀ ਇਹਨਾਂ ਦੇ ਕੋਲ ਆਇਆ ਸੀਗਾ 25-26 ਜੁਲਾਈ ਨੂੰ ਜੀ। ਤੇ 30 ਜੁਲਾਈ ਨੂੰ ਮੈਂ ਫਾਈਲ ਲਾਤੀ ਸੀਗੀ ਆਪਣੀ ਜੀ। ਤੇ ਵਿਦਿਨ 35 ਡੇਜ਼ ਮੇਰਾ ਵੀਜ਼ਾ ਆ ਗਿਆ 35 ਦਿਨਾਂ 'ਚ। 35 ਦਿਨਾਂ 'ਚ ਜੀ। ਉਹਦੀ 35 ਦਿਨਾਂ ਦੇ ਵਿੱਚ ਵੀਜ਼ਾ ਤੁਹਾਨੂੰ ਕਿਸੇ ਨੇ ਸਿਖਾਇਆ ਪੜਾਇਆ ਤਾਂ ਨਹੀਂ ਇੱਥੇ ਕੋਈ ਵੀਡੀਓ ਮੰਗੀ ਜੀ ਇਦਾਂ ਕਹਿ ਦਿਓ ਵੀਡੀਓ? ਨਹੀਂ ਨਹੀਂ ਬਿਲਕੁਲ ਪੱਕੀ ਗੱਲ ਹੈ? ਪੱਕੀ 110%। ਲੋ ਜੀ ਦੇਖੋ ਜੀ 35 ਦਿਨਾਂ ਦੇ ਵਿੱਚ ਵੀਜ਼ਾ ਅੱਜ ਦੀ ਡੇਟ 'ਚ ਟੂਰਿਸਟ ਵੀਜ਼ਾ ਨਹੀਂ ਆ ਰਿਹਾ ਉਹਨਾਂ ਦਾ। ਜੇ ਟੂਰਿਸਟ ਵੀਜ਼ਾ ਵੀ ਤੁਸੀਂ ਅਪਲਾਈ ਕਰਦੇ ਹੋ ਕਈ ਮਹੀਨੇ ਇੰਤਜ਼ਾਰ ਕਰਨਾ ਪੈ ਰਿਹਾ। ਜੇ ਕਿਸੇ ਨੂੰ ਨਹੀਂ ਯਕੀਨ ਅੱਜ ਦੀਆਂ ਅਖਬਾਰਾਂ ਹੀ ਭਰੀਆਂ ਪਈਆਂ। ਅੱਜ ਦੀ ਦੈਨਿਕ ਭਾਸਕਰ ਦੇਖ ਲਓ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਹੈ ਕਿ ਜੇ ਕੈਨੇਡਾ ਜਾਣਾ ਟੂਰਿਸਟ ਵੀਜ਼ੇ ਤੇ ਕਿੰਨਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ। ਸੋ ਚੰਦਨਦੀਪ ਜੀ ਇੰਨੀ ਜਲਦੀ ਤੁਸੀਂ ਸੋਚਿਆ ਸੀ? ਇਮਾਨਦਾਰੀ ਨਾਲ ਜਵਾਬ ਦਿਓ ਕਿ ਪੋਸੀਬਲ ਹੈ? ਨਹੀਂ ਮੈਂ ਸੋਚਿਆ ਨਹੀਂ ਸੀਗਾ ਕਿਉਂਕਿ ਮੈਂ ਕਈ ਜਾਣੇ ਤੋਂ ਪਤਾ ਕੀਤਾ ਸੀਗਾ ਜੀ। ਉਹ ਕਹਿੰਦੇ ਵੀ 3 to 4 ਮੰਥਸ ਨੀਅਰ ਅਬਾਊਟ ਲੱਗਦੇ ਆ, ਪਰ ਮੈਨੂੰ ਮੇਰੇ ਫਰੈਂਡ ਥਰੂ ਪਤਾ ਲੱਗਾ ਸੀਗਾ ਇੱਥੇ। ਓਕੇ। ਤੇ ਉਹਨਾਂ ਦੇ ਥਰੂ ਆਇਆ ਮੈਂ ਤੇ ਇਹਨਾਂ ਨੂੰ ਕਲੈਰੀਫਾਈ ਕੀਤਾ ਕਿ ਤੁਸੀਂ ਲਾ ਸਕਦੇ ਆ ਤੇ ਤੁਹਾਡਾ ਜਲਦੀ ਆ ਜਾਏਗਾ ਵੀਜ਼ਾ। ਯਕੀਨ ਦਵਾਇਆ ਤੇ ਉਹ ਗੱਲ ਸੱਚੀ ਹੋਈ। ਹੁਣ ਸਭ ਤੋਂ ਇੰਪੋਰਟੈਂਟ ਸਵਾਲ ਮੇਰਾ ਆਇਆ ਹੋਇਆ ਕਿ ਠੀਕ ਹੈ ਤੁਸੀਂ ਆ ਗਏ, ਭਰੋਸਾ ਬੜੀ ਵੱਡੀ ਚੀਜ਼ ਹੁੰਦੀ ਹੈ। ਏਜੰਟ ਕੋ ਜਾਓਗੇ ਤੇ ਉਹ ਕਹਿ ਦੇਗਾ ਲੱਗ ਜਾਏਗਾ। ਹਾਂਜੀ। ਭਰੋਸਾ ਕਿੱਦਾਂ ਕੀਤਾ ਕਿ ਜੋ ਕਿਹਾ ਵਾ ਉਹ ਕਰ ਦੇਣਗੇ? ਇਹਨਾਂ ਨੂੰ ਆਪਣੀਆਂ ਪੁਰਾਣੀਆਂ ਫਾਈਲਸ ਦਿਖਾਈਆਂ ਜਿਹੜੇ ਜੀ। ਜਿਸ 'ਚ ਵੀਜ਼ਾ ਸ਼ੋ ਹੋਏ ਆ ਜੀ। ਤੇ ਉਹ ਮੈਂ ਸਾਰੀਆਂ ਦੇਖੀਆਂ ਕਿ ਉਹ ਮਤਲਬ ਕਿ ਮੰਥ 2 ਮੰਥਸ ਦੇ ਵਿੱਚ ਸਾਰੇ ਵੀਜ਼ੇ ਆਏ ਹੋ ਸੀਗੇ। ਓਕੇ। ਉਹਨੂੰ ਮੈਂ ਦੇਖ ਕੇ ਫੇਰ ਪ੍ਰੋਸੈਸਿੰਗ ਲਈ ਆਪਣੀ ਫਾਈਲ ਲਾਈ ਤੇ ਸੋ ਇਹ ਵੀ ਪੁਆਇੰਟ ਨੋਟ ਕਰਨ ਵਾਲਾ ਜੀ ਅੱਜ ਦੀ ਡੇਟ ਦੇ ਵਿੱਚ ਇੱਕ ਤਾਂ ਡਿਜੀਟਲ ਮੀਡੀਆ ਦਾ ਜ਼ਮਾਨਾ, ਉਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਏਜੰਟ ਕੋਲ ਜਾਂਦੇ ਹੋ ਸਭ ਤੋਂ ਪਹਿਲਾਂ ਉਹਦੀ ਪ੍ਰੋਫਾਈਲ ਚੈੱਕ ਕਰੋ। ਜੇ ਏਜੰਟ ਤੁਹਾਡੀ ਪ੍ਰੋਫਾਈਲ ਚੈੱਕ ਕਰਦਾ ਵਾ ਤੇ ਤੁਹਾਨੂੰ ਵੀ ਰਾਈਟ ਹੈਗਾ ਵਾ ਕਿ ਤੁਸੀਂ ਉਹਦੀ ਪ੍ਰੋਫਾਈਲ ਚੈੱਕ ਕਰੋ, ਕਿਉਂਕਿ ਉੱਥੋਂ ਪਤਾ ਚੱਲਦਾ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਪ੍ਰੋਫਾਈਲਾਂ ਚੈੱਕ ਕੀਤੀਆਂ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਸੀ। ਸੋ ਠੀਕ ਹੈ ਜੀ ਇਹਨਾਂ ਨੇ ਸਹੀ ਫੈਸਲਾ ਤੇ ਪਹਿਲੇ ਵੀਜ਼ਾ ਦਿਖਾ ਦਿਓ ਜੀ, ਵੀਜ਼ਾ ਦਿਖਾਓ ਜੀ ਸਾਰਾ। ਹਲੋ ਜੀ ਚੰਦਨ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਇਹ ਇੱਥੇ ਵੀਜ਼ੇ ਦੀ ਗੱਲ ਨਹੀਂ ਕਰਦੇ ਜੀ, ਵੀਜ਼ੇ ਲੱਗਦੇ ਵੀ ਹੈ। ਸੋ ਇਹ ਉਹਦਾ ਸਬੂਤ ਚੰਦਨਦੀਪ ਦਾ ਵੀਜ਼ਾ ਓਪਨ ਵਰਕ ਪਰਮਿਟ ਜਿਹੜਾ ਅੱਜ ਅਸੀਂ ਉਹਨਾਂ ਨੂੰ ਪਾਸਪੋਰਟ ਦੇਣ ਜਾ ਰਹੇ ਹਾਂ। ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ ਜੀ। ਸੋ ਚੰਦਨ ਜੀ ਪਹਿਲੇ ਇਹ ਦੱਸੋ, ਪਹਿਲੇ ਤੁਹਾਨੂੰ ਡਬਲ ਮੁਬਾਰਕਾਂ, ਕਹਿੰਦੇ ਬੇਟੀ ਹੋਈ ਹੈ ਜੀ ਤੁਹਾਡੇ। ਬਿਲਕੁਲ ਜੀ। ਇਹ ਕਿਹੜੀ ਤਰੀਕ ਨੂੰ ਜੀ? 2 ਸਤੰਬਰ ਨੂੰ ਹੋਈ ਜੀ। ਤੇ ਵੀਜ਼ਾ ਕਦੋਂ ਆਇਆ ਜੀ ਤੁਹਾਡਾ? 5 ਸਤੰਬਰ ਨੂੰ ਜੀ। ਲੋ ਜੀ 3 ਦਿਨਾਂ ਬਾਅਦ ਹੀ ਚਲੋ ਠੀਕ ਹੈ ਜੀ ਭਾਗਾ ਵਾਲੀ ਬੇਟੀ ਆਈ ਹੈ ਜੀ। ਕੁੜੀਆਂ ਧੀਆਂ ਤਾਂ ਵੈਸੇ ਹੀ ਭਾਗਾ ਵਾਲੀਆਂ ਹੁੰਦੀਆਂ ਨੇ। ਸੋ ਹੁਣ ਇਮੋਸ਼ਨ ਵੀ ਹੋਣਗੇ ਕੁਝ ਭਾਜੀ, ਦੇਖੋ ਪਹਿਲੀ ਵਾਰੀ ਆਪਣੀ ਧੀ ਨੂੰ ਮਿਲਣਾ ਤੁਸੀਂ ਹਨਾ। ਸੋ ਕਿੱਦਾਂ ਲੱਗ ਰਿਹਾ? ਕਿਉਂਕਿ ਜੇ ਵੀਜ਼ਾ ਨਾ ਲੱਗਦਾ ਬਾਈ ਚਾਂਸ ਤੇ ਪਤਾ ਨਹੀਂ ਇੰਤਜ਼ਾਰ ਕਿੰਨਾ ਲੰਬਾ ਹੋ ਜਾਣਾ ਸੀ। ਬਿਲਕੁਲ ਜੀ। ਮੈਂ ਸੋਚ ਰਿਹਾ ਸੀਗਾ ਕਿ ਜੇ ਮੇਰੇ ਮਨ ਚ ਆਉਂਦੀਆਂ ਗੱਲਾਂ ਜੀ। ਕਿ ਜੇ ਬਾਈ ਦਾ ਵੇ ਲੇਟ ਹੋ ਗਿਆ ਜਾਂ ਕੁਝ, ਮੈਂ ਆਪਣੀ ਵੇਟਿੰਗ ਫਸਟ ਮੇਰਾ ਬੇਬੀ ਹੈਗਾ ਆ ਜੀ। ਤੇ ਮੈਂ ਅੰਦਰੋਂ ਇਮੋਸ਼ਨ ਸੀਗੇ ਕਿ ਨਾ ਮੇਰੇ ਤੇ ਕਿੱਦਾਂ ਦਾ ਫੀਲ ਹੁੰਦਾ ਬੰਦੇ ਨੂੰ, ਕਿਉਂਕਿ ਹਲੇ ਮੇਰਾ ਫਸਟ ਬੇਬੀ ਹੈਗਾ। ਮੈਂ ਦੇਖਣਾ ਚਾਹੁੰਦਾ ਵੀ ਕੀ ਆ ਕਿੰਨਾ ਹਿਸਾਬ ਦਾ। ਤੇ ਪਰ ਜਦ 5 ਸਤੰਬਰ ਨੂੰ ਜਦੋਂ ਮੇਰਾ ਵੀਜ਼ਾ ਆ ਗਿਆ ਤਾਂ ਮੈਂ ਰੱਬ ਨੂੰ ਬੜਾ ਸ਼ੁਕਰਾਨਾ ਕੀਤਾ। ਇਹਨਾਂ ਨੇ ਦੱਸਿਆ ਵੀ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕਫੁਲ ਹੈਗਾ ਆ। ਇਹਨਾਂ ਨੇ ਇਨੀਸ਼ੀਅਲੀ ਵੀਜ਼ਾ ਲੈ ਕੇ ਦਿੱਤਾ। ਸੋ ਥੈਂਕ ਯੂ ਸੋ ਮਚ। ਸੋ ਫਿਰ ਕੋਈ ਸ਼ੋਪਿੰਗ ਕੀਤੀ ਹੋਏਗੀ ਕਿ ਤੋਹਫਾ ਕੀ ਬੇਟੀ ਨੂੰ ਕੀ ਦਿਓ? ਉਦੋਂ ਦੀ ਸ਼ਾਪਿੰਗ ਹੀ ਚੱਲ ਰਹੀ ਹੈ ਜੀ 5 ਸਤੰਬਰ ਦਾ ਜਿੱਦਾਂ ਪਤਾ ਲੱਗਾ ਹੈ। ਯਾਰ ਬੇਟੀ ਹੁਣ ਪਹਿਲੀ ਵਾਰੀ ਜਿਹੜੀ ਬੇਟੀ ਨੂੰ ਤੁਸੀਂ ਮਿਲਣਾ ਹੈ, ਹਾਂਜੀ। ਸੋ ਕੀ ਲੈ ਕੇ ਜਾ ਰਹੇ ਹੋ ਜੀ? ਉਹਨਾਂ ਲਈ ਮੈਂ 골ਡ ਦੇ ਕੰਗਣ ਬਣਾਏ ਹੈਗੇ ਆ ਤੇ ਡਰੈਸਿਸ ਲਈਆਂ ਹੈਗੀਆਂ। ਇੱਕ ਅਟੈਚੀ ਉਹਨਾਂ ਦਾ ਪੂਰਾ ਹੀ ਹੈਗਾ ਆ, ਬਾਕੀ ਖਿਡੌਣੇ ਵਗੈਰਾ ਹੋਰ ਏਦਾਂ ਦੀਆਂ ਬੱਚਿਆਂ ਵਾਲੀਆਂ ਚੀਜ਼ਾਂ ਹੀ ਆ ਜੀ। ਸੋ ਮਾੜਾ ਵੀ ਤੁਸੀਂ ਵੀ ਆਓ ਜਰਾ ਮਾੜਾ ਜਿਹਾ, ਕਿਉਂਕਿ
ਤੁਸੀਂ ਵੀ ਦਾਦੀ ਜੀ ਬਣ ਗਏ ਨੇ ਜੀ। ਸੋ ਫਿਲਹਾਲ ਜਿਹੜਾ ਵਾ ਤੁਹਾਡਾ ਬੇਟਾ ਜਾ ਰਿਹਾ ਜੀ ਮਿਲਣ। ਸੋ ਤੁਹਾਨੂੰ ਲੱਗਦਾ ਸੀਗਾ ਕਿ ਵਿਆਹ, ਜਿਵੇਂ ਤੁਸੀਂ ਵੀ ਖਬਰਾਂ ਵੀ ਦੇਖਦੇ ਹੋਵੋਗੇ ਕਿ ਵੀਜ਼ੇ ਨਹੀਂ ਆ ਰਹੇ ਹਨਾ, ਤਾਂ ਉਸ ਵੇਲੇ ਮਸਲੇ ਜ਼ਿਆਦਾਤਰ ਲਟਕਦੇ ਨੇ, ਈਵਨ ਕਿ ਕਈ ਮੰਦਭਾਗੀਆਂ ਘਟਨਾਵਾਂ ਵੀ ਹੋਈਆਂ ਨੇ। ਸੋ ਮਨ ਚ ਕੀ ਸੀ ਜਦੋਂ ਤੁਸੀਂ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ, ਤੇ ਮੁੰਡਾ ਕਦੋਂ ਜਾਏਗਾ, ਦਿਮਾਗ ਚ ਕੀ ਸੀ? ਹਾਂਜੀ, ਪਹਿਲਾਂ ਅਸੀਂ ਬਹੁਤ ਸਾਰਿਆਂ ਨੂੰ ਮਿਲੇ ਹੈਗੇ, ਇੱਥੇ ਵੀ ਏਜੰਟਾਂ ਨੂੰ ਕਾਫੀ ਜਗ੍ਹਾ ਤੇ ਗਏ। ਉਹਨਾਂ ਨੇ ਕਿਹਾ 6 ਮੰਥ ਤੋਂ ਬਾਅਦ ਤੁਸੀਂ ਕਰ ਸਕਦੇ ਆ। ਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤਾਂ ਹੁਣੇ ਹੀ ਲਾ ਸਕਦੇ ਆ, ਤੇ ਅਸੀਂ ਮਤਲਬ ਬਹੁਤ ਖੁਸ਼ ਹੋਏ। ਤਾਂ ਘਰ ਜਾ ਕੇ ਸਲਾਹ ਕੀਤੀ, ਤੇ ਫਿਰ ਬੱਚੇ ਵੀ, ਮੇਰੀਆਂ ਬੇਟੀਆਂ ਕਹਿਣਗੀਆਂ ਕਿ ਨਹੀਂ ਉੱਥੋਂ ਹੀ ਤੁਸੀਂ ਕਰੋ, ਕਿਉਂਕਿ ਉਹਨਾਂ ਦਾ ਕੈਨੇਡਾ ਵਿੱਚ ਵੀ ਕਾਫੀ ਮਤਲਬ ਆਫਿਸ ਹੈਗੇ ਆ, ਤੇ ਆਪਾਂ ਨੂੰ ਬਹੁਤ ਵਿਸ਼ਵਾਸ ਹੋ ਗਿਆ ਕਿ ਸਾਨੂੰ ਇੱਥੇ ਕਰਨਾ ਚਾਹੀਦਾ ਆ। ਬਸ ਅਸੀਂ ਫਿਰ 2 ਦਿਨ ਬਾਅਦ ਹੀ ਅਸੀਂ ਇਹਨਾਂ ਦੇ ਕੋਲ ਆ ਗਏ ਕਿ ਸਾਡਾ ਅਪਲਾਈ ਕਰ ਦਿਓ। ਸੋ ਕੈਨੇਡਾ ਤੋਂ ਵੀ ਮਾਨਤਾ ਪ੍ਰਾਪਤ ਏਜੰਟ ਹੈਗੇ ਨੇ ਆਮ ਤੌਰ ਦੇ ਉੱਤੇ, ਕਿਉਂਕਿ ਇਹ ਫਾਈਲਿੰਗ ਇਹਨਾਂ ਦੀ ਸਾਰੀ ਕੈਨੇਡਾ ਤੋਂ ਹੁੰਦੀ ਹੈ। ਹੁਣ ਤੁਹਾਨੂੰ ਫਰਕ ਪਤਾ ਲੱਗ ਗਿਆ ਕਿ ਜਿਹੜੇ ਲੋਕਲ ਏਜੰਟ ਨੇ ਤੇ ਕੈਨੇਡਾ ਵਾਲੇ ਜਿਹੜੇ ਅਥੋਰਾਈਜ਼ਡ ਏਜੰਟ ਨੇ ਉਹਨਾਂ 'ਚ ਕੀ ਫਰਕ ਹੈ? ਹਾਂਜੀ, ਬਹੁਤ ਫਰਕ ਆ ਜੀ, ਕਿਉਂਕਿ ਇਹਨਾਂ ਨੇ ਸਾਡਾ ਉਸ ਦੂਸਰੇ ਦਿਨ ਸਾਡੀ ਫਾਈਲ ਲੈ ਲਈ, ਪੇਪਰ ਲੈ ਲਏ ਸਾਰੇ। ਖੱਜਲ ਨਹੀਂ ਕੀਤਾ ਜੀ, ਖੱਜਲ ਬਹੁਤ ਕਰਦੇ ਆ। ਬਹੁਤ ਅੱਛਾ ਇਹਨਾਂ ਦਾ ਮਤਲਬ ਇੰਨਾ ਜ਼ਿਆਦਾ ਵਧੀਆ ਇਹਨਾਂ ਨੇ ਸਾਨੂੰ ਮਤਲਬ ਸਾਡੇ ਨਾਲ ਗਾਈਡ ਕੀਤਾ ਕਿ ਅਸੀਂ ਫਟਾਫਟ ਪੇਪਰ ਬਣਾ ਲਏ ਔਰ ਫਟਾਫਟ ਇਹਨਾਂ ਕੋਲ ਲੈ ਕੇ ਆ ਗਏ ਔਰ ਜਲਦੀ ਸਾਡਾ ਵੀਜ਼ਾ ਲਵਾਤਾ। ਤੇ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਹੈਗੇ ਆ, ਕਿਉਂਕਿ ਅਸੀਂ ਫਟਾਫਟ ਕਹਿੰਦੇ ਕਿ ਅਸੀਂ ਸਾਡਾ ਬੱਚਾ ਚੱਲ ਜਾਏ ਆਪਣੀ ਬੇਟੀ ਦੇ ਕੋਲ ਤੇ ਆਪਣੀ ਵਾਈਫ ਦੇ ਕੋਲ। ਅਸੀਂ ਬਹੁਤ ਜ਼ਿਆਦਾ ਖੁਸ਼ ਹੈਗੇ ਸੀ, ਇਹਨਾਂ ਦੇ ਬਹੁਤ ਧੰਨਵਾਦੀ ਹੈਗੇ ਆ ਕਿ ਇਹ ਕਰਦੇ ਹੋ। ਹੋਰ ਜਿਹੜੇ ਹਾਂਜੀ ਪਤੀ ਪਤਨੀ ਚ ਇਦਾਂ ਜੁਦਾਈ ਪਈ ਹੋਈ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਜਲਦੀ ਤੋਂ ਜਲਦੀ ਤੁਹਾਡੇ ਕੋਲ ਆਣ ਕੇ ਮਿਲਣਾ ਚਾਹੀਦਾ ਤੁਹਾਨੂੰ, ਤੇ ਉਹਨਾਂ ਨੂੰ ਫਟਾਫਟ ਵੀਜ਼ਾ ਲਗਵਾਉਣਾ ਚਾਹੀਦਾ ਹੈ। ਹਾਂਜੀ, ਸੋ ਕਹਿੰਦੇ ਨੇ ਜੀ ਸਿਆਣਿਆਂ ਦਾ ਕਿਆ ਅਕਸਰ ਫਾਇਦੇਮੰਦ ਹੁੰਦਾ। ਸੋ ਜੇਕਰ ਇਹ ਵੀ ਕੋਈ ਗੱਲ ਕਰ ਰਹੇ ਨੇ ਤੇ ਉਦਾਹਰਨ ਦੇ ਤੌਰ ਤੇ ਕਰ ਰਹੇ ਨੇ, ਔਰ ਇਹਨਾਂ ਦਾ ਪੁੱਤ ਇਹਨਾਂ ਵਾਸਤੇ ਸਭ ਤੋਂ ਵੱਡਾ ਉਦਾਹਰਨ ਹੈ। ਸੋ ਇੱਕ ਗੱਲ ਪੁੱਛ ਲਈ ਚੰਦਨਦੀਪ ਜੀ, ਤੁਸੀਂ ਕੰਮ ਕੀ ਕਰਦੇ ਹੋ? ਮੈਂ ਐਕਚੁਅਲੀ ਬੈਂਕਿੰਗ 'ਚ ਜੌਬ ਕਰਦਾ ਹਾਂ ਜੀ। ਮੈਂ ਪੀਐਨਬੀ ਦੇ ਵਿੱਚ ਹੈਗਾ ਜੀ ਤੇ ਰਾਈਟ ਨਾਓ ਮੈਂ ਹਲੇ ਰਿਜ਼ਾਈਨ ਪਾਉਣਾ ਆ ਜੀ ਤੇ ਉਸ ਤੋਂ ਬਾਅਦ ਫਿਰ ਅਪਲਾਈ ਕਰਾਂਗਾ ਛੇਤੀ। ਜੀ ਸੋ ਦੇਖੋ ਜੀ, ਇਹ ਚੀਜ਼ ਮੈਂ ਤਾਂ ਪੁੱਛੀ ਹੈ ਸਵਾਲ ਕਿ ਇਹ ਨਹੀਂ ਹੈਗਾ ਕਿ ਕੋਈ ਕਵੇ ਲੈ ਜੀ ਕਿ ਕੋਈ ਕਰੋੜਪਤੀ ਅਰਬਪਤੀ ਬੰਦਾ ਹੋਣਾ ਜੀ, ਉਹਦੀ ਪ੍ਰੋਫਾਈਲ ਬਹੁਤ ਵਧੀਆ ਹੈ ਜੀ। ਇੱਕ ਸਧਾਰਨ ਜੌਬ ਕਰਨ ਵਾਲਾ ਬੰਦਾ ਹੈ ਜੀ, ਕਿਉਂਕਿ ਉਹਨਾਂ ਨੇ ਆਪਣਾ ਵੀਜ਼ਾ ਅਪਲਾਈ ਕੀਤਾ। ਔਰ ਖਾਸ ਗੱਲ ਹੈ ਕਿ ਕੁਝ ਮਹੀਨਿਆਂ ਦੇ ਵਿੱਚ ਨਹੀਂ, ਕੁਝ ਦਿਨਾਂ ਦੇ ਵਿੱਚ ਇਹਨਾਂ ਦਾ ਵੀਜ਼ਾ, ਜਿਵੇਂ ਕਿ 35 ਦਿਨਾਂ ਦੇ ਵਿੱਚ ਵੀਜ਼ਾ ਆਇਆ। ਸੋ ਜੇਕਰ ਘਰ ਬੈਠੇ ਹੋ ਨਾ, ਹੁਣ ਜੇ ਤੁਹਾਡੀ ਪਤੀ ਜਾਂ ਪਤਨੀ ਵਿਦੇਸ਼ 'ਚ ਹੈ, ਕੈਨੇਡਾ 'ਚ ਹੈ, ਤੁਸੀਂ ਸੋਚਦੇ ਹੋ ਕਿ ਨਹੀਂ ਯਾਰ ਕੈਨੇਡਾ ਦਾ ਰਿਫਿਊਜ਼ਲਾ ਦੇ ਰਿਹਾ ਵਾ, ਉਹ ਰਿਫਿਊਜ਼ਲਾ ਵਾਲੇ ਕੇਸ ਹੋਰ ਹੋਣਗੇ। ਪਰ ਜੇਕਰ ਤੁਸੀਂ ਪਤੀ ਪਤਨੀ ਹੋ, ਜਿਵੇਂ ਕਿ ਤਜਰਬੇ ਦੇ ਆਧਾਰ ਤੇ ਉੱਤੇ ਗੱਲ ਕਰ ਰਹੇ ਹਾਂ, ਕਿਉਂਕਿ ਆਪਾਂ ਜਿੱਥੇ ਖੜੇ ਹਾਂ ਜੀ, ਇਹ ਇੱਕ ਨੋਰਮਲ ਏਜੰਟ ਦਾ ਆਫਿਸ ਨਹੀਂ ਹੈਗਾ ਜੀ, ਇਹ ਕੈਨੇਡਾ ਤੋਂ ਆਥੋਰਾਈਜ਼ ਨੇ। ਸੋ ਇੱਕ ਵਾਰੀ ਉਹਨਾਂ ਕੋਲੋਂ ਫੇਰ ਗੱਲਬਾਤ ਕਰਦੇ ਜੀ। ਸਰ, ਤੁਸੀਂ ਕੈਨੇਡਾ ਤੋਂ ਵੀ ਮਾਨਤਾ ਪ੍ਰਾਪਤ ਹੈਗੀ ਹੋ, ਇੱਥੇ ਏਜੰਟ ਤੁਹਾਡੀ ਫਾਈਲਿੰਗ ਕਹਿੰਦੇ ਨੇ ਕੈਨੇਡਾ ਤੋਂ ਪ੍ਰੋਸੈਸ ਕਰਦੇ ਹੋ ਤੁਸੀਂ, ਉਹਦੇ ਬਾਰੇ ਥੋੜਾ ਦੱਸੋ। ਸੋ ਦੇਖੋ, ਜਿੱਦਾਂ ਤੁਸੀਂ ਕਿਹਾ ਕਿ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਅਸੀਂ ਹੈਗੇ ਆ, ਸਾਨੂੰ ਲਾਇਸੈਂਸ ਮਿਲਿਆ ਹੋਇਆ ਕੈਨੇਡਾ ਇਮੀਗ੍ਰੇਸ਼ਨ ਤੋਂ ਵੀ ਤੇ ਗਵਰਨਮੈਂਟ ਆਫ ਕੈਨੇਡਾ ਤੋਂ ਵੀ। ਸੋ ਆਬਵੀਅਸਲੀ ਸਾਨੂੰ ਜਿਹੜਾ ਐਕਸਪੀਰੀਅੰਸ ਹੈਗਾ ਫਾਈਲਾਂ ਲਗਾਉਣ ਦਾ, ਆਬਵੀਅਸਲੀ ਉਸ ਤੋਂ ਇਲਾਵਾ ਸਾਡੀ ਇੱਕ ਲੈਟਰ ਜਾਂਦੀ ਹੈ ਜਿਹਨੂੰ ਅਸੀਂ ਰਿਪਰੈਜ਼ੈਂਟੇਟਿਵ ਲੈਟਰ ਕਹਿੰਦੇ ਆ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਵੀਜ਼ਾ ਆਫਿਸਰ ਹੈ ਉਹ ਲੈਟਰ ਦੇ ਬੇਸ ਤੇ ਹੀ ਸੈਟੀਸਫਾਈ ਹੋ ਜਾਏ ਤੇ ਉਹਨੂੰ ਡਾਕੂਮੈਂਟ ਦੇਖਣ ਦੀ ਜ਼ਰੂਰਤ ਨਾ ਪਏ, ਬਿਕਾਜ਼ ਉਸ ਲੈਟਰ ਦੇ ਵਿਚਕਾਰ ਅਸੀਂ ਪੂਰਾ ਕੇਸ ਦਾ ਸਿਨੋਪਸਿਸ, ਬੰਦੇ ਦੀ ਪਰਸਨਲ ਹਿਸਟਰੀ, ਇਹਦੀ ਇੰਪਲੋਇਮੈਂਟ ਹਿਸਟਰੀ, ਐਪਲੀਕੈਂਟ ਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ, ਸਭ ਕੁਝ ਅਸੀਂ ਸੀਰੀਅਲ ਵਾਈਜ਼ ਉਹਦੇ ਅੰਦਰ ਮੈਂਸ਼ਨ ਕਰਦੇ ਹਾਂ ਤਾਂ ਕਿ ਹਰ ਚੀਜ਼ ਕਲੀਅਰਲੀ ਜਿਹੜਾ ਵੀਜ਼ਾ ਅਫਸਰ ਆ ਉਹਨੂੰ ਪ੍ਰੈਜ਼ੈਂਟ ਹੋ ਜਾਵੇ ਤੇ ਉਹਦੇ ਮਨ 'ਚ ਕੋਈ ਡਾਊਟ ਨਾ ਰਹੇ। ਜੀ ਸੋ ਅਸੀਂ ਫੀਲ ਕਰਦੇ ਹਾਂ ਕਿ ਇਹਦੇ ਨਾਲ ਬਹੁਤ ਵੱਡਾ ਇੰਪੈਕਟ ਪੈਂਦਾ ਹੈ, ਕਿਉਂਕਿ ਜਿਹੜੇ ਨਾਰਮਲ ਏਜੰਟ ਨੇ, ਜਿਹੜੇ ਆਥੋਰਾਈਜ਼ ਨਹੀਂ ਹੈ, ਉਹ ਇਦਾਂ ਦੀ ਕੋਈ ਲੈਟਰ ਯੂਜ਼ ਨਹੀਂ ਕਰ ਸਕਦੇ, ਉਹ ਇੱਕ ਪਲੇਨ ਪੇਪਰ ਦੀ ਐਸਓਪੀ ਲਗਾਉਂਦੇ ਨੇ। ਸੋ ਉਹਦੇ ਨਾਲ ਜਿਹੜੀਆਂ ਚੀਜ਼ਾਂ ਚੰਗੇ ਤਰੀਕੇ ਨਾਲ ਡਿਸਕ੍ਰਿਪਸ਼ਨ ਨਹੀਂ ਦੇ ਉਹਦੇ 'ਚ ਵੀ ਕਈ ਵਾਰੀ ਨੀਮ ਹਕੀਮ ਖਤਰਾ ਜਾਣ ਵਾਲਾ ਹਿਸਾਬ ਹੋ ਜਾਂਦਾ, ਕਿਉਂਕਿ ਇੱਥੇ ਦਾ ਕਿਉਂਕਿ ਕਈਆਂ ਨੇ ਤਾਂ 25-25 30,000 ਜਾਂ 20,000 ਸਟਾਫ ਰੱਖਿਆ, ਸਿਰਫ ਸਟਾਫ ਹੀ ਫਾਈਲ ਪ੍ਰੋਸੈਸ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਠੀਕ ਹੈ। ਸੋ ਉਸੇ ਚੀਜ਼ ਨੂੰ ਲੈ ਕੇ ਅਸੀਂ ਜਿਹੜੀ ਲੈਟਰ ਆ ਉਹਦੇ ਉੱਪਰ ਕਾਫੀ ਮਿਹਨਤ ਕਰਦੇ ਹਾਂ। ਕੇਸ ਦੇ ਪ੍ਰੋਫਾਈਲ ਨੂੰ ਸਮਝਣ ਵਾਸਤੇ ਉਹਦੀ ਪੂਰੀ ਰਿਸਰਚ ਕੀਤੀ ਜਾਂਦੀ ਹੈ, ਬੈਕਗ੍ਰਾਉਂਡ ਪੂਰੀ ਸਮਝੀ ਜਾਂਦੀ ਹੈ ਤੇ ਫਿਰ ਅਸੀਂ ਫਾਈਲ ਨੂੰ ਅੱਗੇ ਐਮਬੈਸੀ ਅੱਗੇ ਪ੍ਰੈਜ਼ੈਂਟ ਕਰਦੇ ਹਾਂ ਜੀ। ਸੋ ਚਲੋ ਜੀ, ਬਹੁਤ ਬਹੁਤ ਵਧਾਈਆਂ ਜੀ। ਸੋ ਅਗਲਾ ਸਟੂਡੈਂਟ ਵੀ ਬੁਲਾ ਲਓ ਜੀ ਨਾਲ ਹੀ। ਬਿਲਕੁਲ ਜੀ। ਸੋ ਅਗਲੇ ਸਟੂਡੈਂਟ ਸਾਡੇ ਕੋਲ ਹੈਗੇ ਜੀ ਹਰਪ੍ਰੀਤ ਸਿੰਘ। ਹਰਪ੍ਰੀਤ ਜੀ, ਹਰਪ੍ਰੀਤ ਹਮਾਰੀ ਪ੍ਰੋਫਾਈਲ ਵੀ ਦੱਸ ਦਿਓ ਜੀ ਉਨੀ ਦੇਰ 'ਚ। ਸੋ ਹਰਪ੍ਰੀਤ ਸਿੰਘ ਜਿਹੜੇ ਹੈਗੇ ਜੀ ਪੇਸ਼ੇ ਵਜੋਂ ਪਹਿਲਾਂ ਟਰੱਕ ਡਰਾਈਵਰ ਸੀਗੇ ਤੇ ਇਹ ਬਿਲੋਂਗ ਕਰਦੇ ਨੇ ਜੀ ਵੀਪੀਓ ਪਨਾਮ ਗੜਸ਼ੰਕਰ ਤੋਂ ਜੀ। ਤੇ ਆਜੋ ਜੀ ਹਰਪ੍ਰੀਤ ਜੀ, ਆ ਗਏ ਜੀ, ਹਰਪ੍ਰੀਤ ਜੀ ਜੁੜ ਗਏ ਜੀ ਸਾਡੇ ਨਾਲ। ਹਰਪ੍ਰੀਤ ਜੀ, ਬਹੁਤ ਬਹੁਤ ਵਧਾਈਆਂ ਵੀਰ ਜੀ। ਸੋ ਉਸ ਤੋਂ ਇਲਾਵਾ ਇੱਕ ਚੀਜ਼ ਦੱਸਣਾ ਚਾਹਾਂਗਾ, ਇਹਨਾਂ ਦੀ ਪ੍ਰੀਵੀਅਸ ਓਪਨ ਡਾਕੂਮੈਂਟ ਐਪਲੀਕੇਸ਼ਨ ਦਾ ਰਿਫਿਊਜ਼ ਵੀ ਸੀਗੀ। ਓਕੇ।
ਬਟ ਜਿਹੜਾ ਇਹਨਾਂ ਦਾ ਜਿਹੜਾ ਰੀਜ਼ਨ ਸੀਗਾ ਰਿਫਿਊਜ਼ਲ ਦਾ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਸਮਝਿਆ ਬਿਕੋਜ਼ ਜਿਹੜੀ ਇਹਨਾਂ ਦੀ ਰਿਫਿਊਜ਼ਲ ਦਾ ਰੀਜ਼ਨ ਸੀਗਾ ਕਿ ਇਹਨਾਂ ਦੀ ਫਾਈਲ ਆਊਟ ਆਫ ਕੰਟਰੀ ਸਬਮਿਟ ਹੋਈ ਸੀਗੀ Okay. ਜਿਹੜਾ ਆਬੂ ਧਾਬੀ ਵੀਜ਼ਾ ਆਫਿਸ ਹੈਗਾ ਜੀ। ਉਹਦੇ ਵਿੱਚ ਕੁਝ ਚੈਲੰਜਸ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਸਾਨੂੰ ਪਤਾ ਹੈਗੇ ਜੀ। ਇਮੀਗ੍ਰੇਸ਼ਨ ਕੈਨੇਡਾ 'ਚ ਵੀ ਇਹ ਚੀਜ਼ ਵੈਲ ਨੋਨ ਹੈਗੀ ਹੈ ਜਿਹੜੇ ਟੈਂਪਰੇਰੀ ਸਟੇਟਸ ਵਾਲੇ ਲੋਕ ਹੁੰਦੇ ਨੇ ਜੇ ਆਪਾਂ ਉਹਨਾਂ ਦੀ ਫਾਈਲ ਦੂਜੇ ਐਮਬੈਸੀ 'ਚ ਜਾਂਦੀ ਹੈ ਦੂਜੀ ਵੀਜ਼ਾ ਆਫਿਸ 'ਚ ਜਾਂਦੀ ਹੈ ਤੇ ਕੁਝ ਚੈਲੰਜਸ ਨੇ ਸੋ ਉਹਦੇ ਕਰਕੇ ਹੀ ਕੁਝ ਦਿੱਕਤ ਆਈ ਫਾਈਲ 'ਚ Okay. ਬਟ ਅਸੀਂ ਉਸ ਚੀਜ਼ ਨੂੰ ਸਮਝਦੇ ਹੋਏ ਇਹਨਾਂ ਦੀ ਫਾਈਲ ਆਪਾਂ ਦੁਬਾਰਾ ਪ੍ਰੈਜ਼ੈਂਟ ਕੀਤੀ ਜੀ। ਉਹ ਦਿੱਲੀ ਵੀਜ਼ਾ ਆਫਿਸ ਫਾਈਲ ਟ੍ਰਾਂਸਫਰ ਹੋਈ ਹੈ Okay. ਤੇ ਨਤੀਜਾ ਇਹਨਾਂ ਦੇ ਸਾਡੇ ਸਾਹਮਣੇ ਹੈਗਾ ਇਹਨਾਂ ਦੀ ਫਾਈਲ ਅਸੀਂ 29 ਜੁਲਾਈ ਨੂੰ ਸਬਮਿਟ ਕੀਤੀ ਹੈ ਤੇ 5 ਸਤੰਬਰ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਜੀ ਲੋ ਜੀ 29 ਜੁਲਾਈ ਨੂੰ ਫਾਈਲ ਲੱਗੀ 5 ਸਤੰਬਰ ਨੂੰ ਹੱਥ ਵਿੱਚ ਵੀਜ਼ਾ ਆ ਗਿਆ ਔਰ ਤੁਹਾਨੂੰ ਦੱਸ ਦਵਾਂ ਜੀ +2 ਪਾਸ ਨੇ ਜੀ ਸਿਰਫ ਔਰ ਜਿਹੜਾ ਵਾ ਟਰੱਕਿੰਗ ਦਾ ਇਹਨਾਂ ਦਾ ਬਿਜ਼ਨਸ ਹੈ ਕੰਮ ਹੈ ਆਪਣਾ ਸੋ ਸਭ ਤੋਂ ਵੱਡੀ ਗੱਲ ਹੈ ਜੀ ਹਰਪ੍ਰੀਤ ਜੀ ਤੁਹਾਡੀ ਵਾਈਫ ਕਦੋਂ ਗਈ ਸੀ ਜੀ ਵਾਈਫ ਜੁਲਾਈ ਚ ਗਈ ਸੀ ਇੱਕ 1 year ਹੋ ਗਿਆ ਜੁਲਾਈ 2021 ਹਾਂਜੀ ਸੋ ਇਸ ਤੋਂ ਬਾਅਦ ਚ ਕਿੰਨੀਆਂ ਰਿਫਿਊਜ਼ਲਾਂ ਜੀ ਤੁਹਾਡੀਆਂ 21 ਸੀ ਰਿਫਿਊਜ਼ਲ ਇੱਕ ਹੀ ਰਿਫਿਊਜ਼ਲ ਸੀ ਓਕੇ ਤੇ ਉਹ ਜਿਹੜੀ ਰਿਫਿਊਜ਼ਲ ਮੈਰਿਜ ਤੋਂ ਬਾਅਦ ਹੀ ਸੀ ਜੀ ਉਹ ਹਾਂਜੀ ਹਾਂਜੀ ਉਸ ਤੋਂ ਬਾਅਦ ਸੋ ਉਸ ਤੋਂ ਬਾਅਦ ਚ ਤੁਸੀਂ ਇਹਨਾਂ ਕੋਲ ਕਿੱਦਾਂ ਆਏ ਕਿਉਂਕਿ ਰਿਫਿਊਜ਼ਲ ਤੋਂ ਬਾਅਦ ਕਹਿੰਦੇ ਨੇ दूध का जला छाछ भी फूक फूक के पीता डर बड़ा लगता होएगा कितना है ਬਸ ਐਦੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜੀ। ਫਰੈਂਡਸ ਸੀਗੇ ਗਰੁੱਪਸ ਬਣੇ ਹੋਏ ਆ ਤੇ ਜੀ। ਉਹਨਾਂ ਵਿੱਚ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਜੀ। ਆ ਇਮੀਗ੍ਰੇਸ਼ਨ ਨੌਜ ਦੀ Reference ਦਿੱਤਾ ਰੈਫਰੈਂਸ ਸਭ ਦੇ ਗਰੁੱਪ ਵਾਲਿਆਂ ਨੇ ਸਾਰਿਆਂ ਨੇ ਗਾਈਡ ਕੀਤਾ ਵੀ ਤੁਸੀਂ ਉਹਨਾਂ ਕੋਲ ਇੱਕ ਵਾਰ ਜਾ ਕੇ ਆਓ ਜੀ। ਜਦੋਂ ਮੈਂ ਆਇਆ ਜਤਿਨ ਸਰ ਨੂੰ ਮਿਲਿਆ ਮੈਮ ਨੂੰ ਮਿਲਿਆ ਤੇ ਇਹਨਾਂ ਨੇ ਪੂਰਾ ਕੰਫੀਡੈਂਸ ਨਾਲ ਮੈਨੂੰ ਕਿਹਾ ਵੀ ਹਾਂ ਵੀ ਹੋ ਜੂਗਾ ਤੇਰਾ ਜੀ। ਤੂੰ ਵੀ ਆਪਣੀ ਡਾਕੂਮੈਂਟਸ ਵਗੈਰਾ ਲੈ ਕੇ ਦੇ ਹੂੰ। ਫਿਰ ਉਹਨਾਂ ਨੂੰ ਦਿੱਤੇ ਤੇ ਫਿਰ 35 ਕੁ ਦਿਨ ਦੇ ਵਿੱਚ ਵੀਜ਼ਾ ਆ ਗਿਆ ਕੋਈ 35 ਇਹਨਾਂ ਦਾ ਵੀ ਜੀ ਲਗਭਗ 35 ਦਿਨਾਂ ਚ ਵੀਜ਼ਾ ਆਇਆ ਸੋ ਜਤਿਨ ਜੀ ਮਤਲਬ ਇਹ ਹੈਰਾਨ ਕਰਨ ਵਾਲੇ ਨਤੀਜੇ ਤਾਂ ਨੇ ਵੈਸੇ ਤਾਂ ਕਿਸੇ ਟਾਈਮ ਚ ਕੈਨੇਡਾ ਹੋਈ ਵੀ ਸੀ ਨੋਰਮਲ ਗੱਲ ਕੈਨੇਡਾ ਜੀ। ਪਰ ਅੱਜ ਦੀ ਡੇਟ 'ਚ ਜਿਹੜਾ ਵੀ ਵੀਡੀਓ ਦੇਖੇਗਾ ਉਹਦੀਆਂ ਵੀ ਅੱਖਾਂ ਖੁੱਲਣਗੀਆਂ ਕਿਉਂਕਿ ਟੇਬਲ ਦੇ ਉੱਤੇ ਵੀਜ਼ੇ ਰੱਖਣ ਵਾਲੇ ਏਜੰਟ ਬਹੁਤ ਨੇ ਬਟ ਪ੍ਰੋਫਾਈਲ ਜਦੋਂ ਆਪਾਂ ਦਿਖਾਉਂਦੇ ਆ ਸਹੀ ਮੈਸੇਜ ਤਾਂ ਉਦੋਂ ਆਉਂਦਾ ਕਿ ਆਖਰਕਾਰ ਹੋਇਆ ਕੀ ਹੈ ਲੱਗਾ ਵੀ ਹੈ ਜਾਂ ਫਿਰ ਪੁਰਾਣਾ ਵੀਜ਼ਾ ਹੈ ਬਿਲਕੁਲ। ਸੋ ਇਹ ਹਰਪ੍ਰੀਤ ਹਮਾ ਦੀ ਜਿਹੜੀ ਇਹਨਾਂ ਦੀ ਵੀ ਪ੍ਰੋਫਾਈਲ ਸੀਗੀ ਇਹਨਾਂ ਦੇ ਵਿਆਹ ਨੂੰ 1 ਸਾਲ ਲਗਭਗ ਹੋ ਗਿਆ ਹਨਾ ਜੀ। 1 ਸਾਲ ਹੋ ਗਿਆ ਸੋ ਇਹਦੇ ਵਿੱਚ ਰਿਫਿਊਜ਼ਲ ਵੀ ਆ ਗਈ ਸੋ ਰਿਫਿਊਜ਼ਲ ਤੋਂ ਬਾਅਦ ਤਾਂ ਚੈਲੰਜ ਹੋਰ ਵੱਧ ਜਾਂਦਾ ਕਿ ਡੈਫੀਨਿਟਲੀ ਰਿਫਿਊਜ਼ਲ ਨੂੰ ਜਿਹੜਾ ਹੈਂਡਲ ਕਰਨ ਵਾਸਤੇ ਆਬਵੀਅਸਲੀ ਸਾਡੀ ਪ੍ਰੈਕਟਿਸ ਹੈ ਕਿ ਅਸੀਂ GCMS ਨੋਟਸ ਵਗੈਰਾ ਵੀ ਕਢਾਉਂਦੇ ਆ ਐਮਬੈਸੀ ਤੋਂ ਜੀ। ਫਾਈਲ ਕਢਾਉਂਦੇ ਆ ਸੋ ਕੋਈ ਵੀ ਰਿਫਿਊਜ਼ਲ ਨੂੰ ਵੀ ਦੁਬਾਰਾ ਰੀਐਪਲੀਕੇਸ਼ਨ ਕਰਨੀ ਹੈ ਤਾਂ ਜੀ। ਸਾਡੀ ਪ੍ਰੈਕਟਿਸ ਇਹੀ ਕਹਿੰਦੀ ਹੈ ਕਿ ਪਹਿਲਾਂ ਫਾਈਲ ਨੂੰ ਆਪਾਂ ਸਮਝੀਏ ਰਿਫਿਊਜ਼ਲ ਦੇ ਰੀਜ਼ਨਸ ਕੀ ਹੈਗੇ ਆ, ਉਸ ਤੋਂ ਬਾਅਦ ਹੀ ਅਸੀਂ ਵੀਜ਼ਾ ਅਫਸਰ ਨੂੰ ਕੁਝ ਲਿਖ ਸਕਦੇ ਹਾਂ ਉੱਪਰ ਆਪਾਂ ਜਸਟੀਫਿਕੇਸ਼ਨ ਦੇ ਸਕਦੇ ਹਾਂ ਤਾਂ ਕਿ ਉਹ ਸੈਟੀਸਫਾਈ ਹੋ ਸਕੇ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਜਿਵੇਂ ਹੁਣ ਰਿਜ਼ਲਟਸ ਆਪਾਂ ਗੱਲ ਕੀਤੀ ਕਿ ਬੜੇ ਫਾਸਟ ਹੈਗੇ ਆ ਦੇਖੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਫਾਈਲ ਅਸੀਂ ਐਮਬੈਸੀ ਅੱਗੇ ਸਬਮਿਟ ਕਰੀਏ ਸੋ ਫਸਟ ਟਾਈਮ ਹੀ ਪੂਰੀ ਕਰੈਕਟ ਇਨਫੋਰਮੇਸ਼ਨ ਕਰੈਕਟ ਫਾਈਲ ਡਾਕੂਮੈਂਟ ਸਬਮਿਟ ਕਰਨ ਤਾਂ ਕਿ ਕਿਸੇ ਤਰੀਕੇ ਦੀ ਕੋਈ ਰਿਕੁਆਇਰਮੈਂਟ ਰੇਜ਼ ਨਾ ਹੋਵੇ ਜੀ। ਇਹ ਸਾਰੀ ਜਿਹੜੀ ਪ੍ਰੋਸੈਸ ਹੈ ਇਹਦੇ ਵਿੱਚ ਐਮਬੈਸੀ ਦਾ ਜਿਹੜੀ ਕਮਿਊਨੀਕੇਸ਼ਨ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਜੇ ਸਪੋਜ਼ ਸਪਾਊਸ ਦੇ ਸਟੇਟਸ ਦੇ ਰਿਲੇਟਡ ਕੋਈ ਚੇਂਜਸ ਨੇ ਜਿਵੇਂ ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਡੀ ਸਪਾਊਸ ਦੀ ਕੈਨੇਡਾ ਅੰਦਰ ਸਟੱਡੀ ਖਤਮ ਹੋ ਗਈ ਹੈ ਜੀ। ਸੋ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਵਰਕ ਪਰਮਿਟ ਤੇ ਆ ਜਾਂਦੇ ਆ ਸੋ ਉਹ ਸਾਰੀ ਜਿਹੜੀ ਕਮਿਊਨੀਕੇਸ਼ਨ ਹੈ ਬੜੇ ਹੀ ਸਿਸਟਮੈਟਿਕ ਤਰੀਕੇ ਨਾਲ ਐਮਬੈਸੀ ਨੂੰ ਭੇਜਣੀ ਬਹੁਤ ਜ਼ਰੂਰੀ ਹੈ ਜੀ। ਤਾਂ ਕਿ ਇਸ ਚੀਜ਼ ਨੂੰ ਲੈ ਕੇ ਰਿਫਿਊਜ਼ਲ ਨਾ ਆਵੇ ਬਹੁਤ ਸਾਰੇ ਕੇਸ ਇਸ ਕਰਕੇ ਰਿਫਿਊਜ਼ ਹੋ ਜਾਂਦੇ ਆ ਕਿ ਸਪਾਊਸ ਦੀ ਸਟੱਡੀ ਕੈਨੇਡਾ ਅੰਦਰ ਖਤਮ ਹੋ ਜਾਂਦੀ ਹੈ ਤੇ ਉਹਨਾਂ ਦਾ ਜਿਹੜਾ ਏਜੰਟ ਹੈ ਉਹ ਇੰਨੀ ਕੈਪੈਸਿਟੀ ਨਹੀਂ ਹੁੰਦੀ ਹੈ ਕੈਪੇਬਲ ਨਹੀਂ ਹੁੰਦੇ ਕਿ ਐਮਬੈਸੀ ਨੂੰ ਰੈਲੇਵੈਂਟ ਡਾਕੂਮੈਂਟ ਸਬਮਿਟ ਕਰ ਸਕਣ ਸਟੇਟਸ ਚੇਂਜ ਨੂੰ ਲੈ ਕੇ ਸੋ ਸਾਡੇ ਅਸੀਂ ਇਹ ਇੰਸ਼ੋਰ ਕਰਦੇ ਹਾਂ ਕਿ ਕੋਈ ਵੀ ਕਮਿਊਨੀਕੇਸ਼ਨ ਹੈ ਐਮਬੈਸੀ ਨੂੰ ਰਾਈਟ ਅਵੇ ਦਿੱਤੀ ਜਾਵੇ ਕਿ ਇਹ ਕੁੜੀ ਦਾ ਸਟੱਡੀ ਖਤਮ ਹੋ ਗਈ ਹੈ ਹੁਣ ਇਹਨਾਂ ਦਾ ਵਰਕ ਪਰਮਿਟ ਆ ਗਿਆ ਇਹ ਇਹਨਾਂ ਦੀ ਇੰਪਲੋਇਮੈਂਟ ਦੇ ਪੇਪਰਸ ਨੇ ਤਾਂ ਕਿ ਇਸ ਚੀਜ਼ ਨੂੰ ਲੈ ਕੇ ਕਦੀ ਕੋਈ ਚੈਲੰਜ ਰਾਈਜ਼ ਨਾ ਹੋਵੇ ਤੁਹਾਡਾ ਜਿਹੜਾ ਇਹਨਾਂ ਦਾ ਤੁਸੀਂ ਵੀਜ਼ਾ ਦਾ ਫਸਟ ਟਾਈਮ ਚ ਹੀ ਆ ਗਿਆ ਫਸਟ ਅਟੈਂਪਟ ਚ ਹੀ ਆ ਗਿਆ ਤੁਹਾਡੇ ਵੱਲੋਂ ਜੀ ਬਿਲਕੁਲ ਜੀ ਸੋ ਹਰਪ੍ਰੀਤ ਜੀ ਤੁਸੀਂ ਟਰੱਕ ਚਲਾਉਂਦੇ ਹੋ ਹਾਂਜੀ, ਹਾਂਜੀ। ਹੁਣ ਇੱਥੇ ਆ ਕੇ ਕੀ ਕਰਦੇ ਪਹਿਲਾਂ ਤਾਂ ਚਲੋ ਤੁਸੀਂ ਦੁਬਈ ਤੇ ਸੀ ਦੁਬਈ ਚ ਚਲੇ ਗਏ ਸੀ ਜੀ ਮੈਂ ਫਾਈਲ ਜੀ। ਲਗਾ ਕੇ ਹੁਣ ਫਿਰ ਦੁਬਾਰਾ ਫਿਰ ਚਲਾ ਗਿਆ ਸੀ Okay। ਤੇ ਇਹਨਾਂ ਨੇ ਸਰ ਨੇ ਮਹੀਨੇ ਬਾਅਦ ਦੱਸਿਆ 5 ਤਰੀਕ ਨੂੰ ਜਦੋਂ Okay। ਮੇਰਾ ਵੀਜ਼ਾ ਆਇਆ ਮੈਂ ਉਸੇ ਟਾਈਮ ਫਿਰ ਆ ਗਿਆ ਤੇ ਦੁਬਈ ਦੀ ਟਰੱਕ ਚਲਾਉਂਦੇ ਤੁਸੀਂ ਹਾਂਜੀ, ਹਾਂਜੀ। ਮੈਂ 5-6 ਸਾਲ ਤੋਂ ਚਲਾਉਣਾ ਸੀ ਓਕੇ ਸੋ ਦੇਖੋ ਜੀ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਕਿ ਇਹ ਕਸਟਮਰ ਜਿਹੜੇ ਨੇ ਇਹ ਦੁਬਈ ਤੋਂ ਇਹਨਾਂ ਕੋਲ ਆਏ ਨੇ ਦੁਬਈ ਤੋਂ ਫਾਈਲ ਲਵਾ ਕੇ ਉੱਥੇ ਰਿਫਿਊਜ਼ਲ ਹੋਈ ਤੇ ਇੱਥੇ ਸਪੈਸ਼ਲ ਆਏ ਨੇ ਆਪਣੀ ਫਾਈਲਿੰਗ ਕਰਨ ਵਾਸਤੇ ਔਰ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਵੀਜ਼ਾ ਆ ਗਿਆ ਪਹਿਲੇ ਤਾਂ ਵੀਜ਼ਾ ਦੇ ਦਈਏ ਜੀ ਵੀਜ਼ਾ ਲਓ ਜੀ ਬਹੁਤ ਬਹੁਤ ਵਧਾਈਆਂ ਜੀ ਸੋ ਇਹ ਉਹ ਪਲ ਹੈ ਜੀ ਜਿਸ ਦਾ ਇੰਤਜ਼ਾਰ ਤੁਹਾਡੇ ਮੇਰੇ ਵਾਸਤੇ ਇੱਕ ਨਾਰਮਲ ਵੀਡੀਓ ਹੋ ਸਕਦੀ ਹੈ ਪਰ ਜਿਹੜਾ ਬੰਦਾ 1 ਸਾਲ ਤੋਂ ਆਪਣੇ ਜੀਵਨ ਸਾਥੀ ਤੋਂ ਵੱਖਰਾ ਰਹਿ ਰਿਹਾ ਔਰ ਉਹਨੂੰ ਇਹ ਨਹੀਂ ਪਤਾ ਕਿ ਉਹ ਕਦੋਂ ਉਹਨੂੰ ਮਿਲੇਗਾ ਸੋ ਤੁਹਾਨੂੰ ਉਮੀਦ ਸੀਗੀ ਜੀ ਜਦੋਂ ਰਿਫਿਊਜ਼ਲ ਆਈ ਜਦੋਂ ਦੁਬਈ ਤੋਂ ਕਿ ਕਦੋਂ ਮਿਲੋਗੇ ਅਗਲੀ ਵਾਰ ਮੈਨੂੰ ਤਾਂ ਉਮੀਦ ਤਾਂ ਸੀਗੀ ਜੀ ਬਿਲਕੁਲ ਇਹਨਾਂ ਤੇ ਕੌਨਫੀਡੈਂਸ ਸੀਗਾ ਮੈਂ ਇਹਨਾਂ ਕੋਲ ਆਉਣ ਤੋਂ ਪਹਿਲਾਂ ਕਿਉਂਕਿ ਇਹਨਾਂ ਕੋਲ ਆਉਣ ਤੋਂ ਪਹਿਲਾਂ ਤਾਂ ਨਹੀਂ ਸੀਗਾ ਜੀ ਕੋਈ ਵੀ ਹੂੰ। ਤੇ ਲੇਕਿਨ
ਫਿਰ ਮੈਂ ਚੱਲੇ ਵੀ ਤਾਂ ਹੀ ਗਏ ਸੀ, ਮੈਂ ਕਿਹਾ 3-4 ਮੰਥ ਤਾਂ ਲੱਗਦਾ ਹੀ ਆ, ਨਹੀਂ ਤਾਂ ਮੈਂ ਹੁਣ ਇੱਕ ਪੂਰੇ 1 ਮੰਥ ਤੋਂ ਬਾਅਦ ਵਾਪਸ ਜਿਹਨੂੰ ਖਬਰਾਂ ਤੁਸੀਂ ਸੁਣਦੇ ਸੀ ਅੱਜ ਕੱਲ ਜਿੱਦਾਂ ਕੈਨੇਡਾ ਰਿਫਿਊਜ਼ਲ ਆ ਉਹ ਦੇ ਰਿਹਾ ਹਾਂ ਜੀ, ਮੈਨੂੰ ਡਰ ਤਾਂ ਲੱਗਦਾ ਸੀ ਮਾਈਂਡ ਦੇ ਵਿੱਚ, ਲੇਕਿਨ ਮੈਨੂੰ ਇਹਨਾਂ ਤੇ ਕੌਨਫੀਡੈਂਸ ਸੀ ਪੂਰਾ। ਤੇ ਜਿਹੜੇ ਬੰਦੇ ਘਰ ਬੈਠੇ ਨੇ ਜਾਂ ਫਿਰ ਜਿਹੜੀਆਂ ਸਾਡੀਆਂ ਭੈਣਾਂ ਜਾਂ ਭਰਾ ਜਿਨ੍ਹਾਂ ਦਾ ਵੀ ਕੋਈ ਸਪਾਊਸ ਉੱਥੇ ਹੈ, ਉਹ ਘਰੇ ਬੈਠੇ ਨੇ ਡਰ ਨਾਲ ਨਹੀਂ ਆ ਰਹੇ ਕਿ ਹਜੇ ਕਹਿੰਦੇ ਕਿ ਇੰਤਜ਼ਾਰ ਕਰੀਏ। ਤੁਸੀਂ ਦੱਸੋ ਇੰਤਜ਼ਾਰ ਕਰਨਾ ਚਾਹੀਦਾ ਕਿ ਆ ਜਾਣਾ ਚਾਹੀਦਾ? ਮੇਰਾ ਖੁਦ ਇੱਕ ਫਰੈਂਡ ਸੀ, ਇਹਦੇ ਗਰੁੱਪ 'ਚ ਗੱਲ ਹੋਈ ਸੀ, ਜੀ। ਉਹਨੂੰ ਪਤਾ ਰਜਿੰਦਰ ਕੁਮਾਰ ਉਹਦਾ ਨਾਮ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਤੂੰ ਇੱਕ ਵਾਰ ਆ ਕੇ ਮਿਲ, ਉਹ ਬਠਿੰਡੇ ਤੋਂ ਆਏ ਸੀ ਇਹਨਾਂ ਕੋਲ। ਅੱਛਾ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਆ ਇੱਕ ਵਾਰ ਬੈਠ ਗੱਲ ਕਰ, ਜੀ। ਜੇ ਤੈਨੂੰ ਸਹੀ ਨਹੀਂ ਲੱਗੂਗਾ ਤਾਂ ਫੇਰ ਗੱਲ ਕਰੀ, ਜੇ ਤੈਨੂੰ ਕੌਨਫੀਡੈਂਸ ਹੋਊਗਾ ਵੀ ਹਾਂ ਬਈ ਹਾਂ ਇਸ ਨੂੰ ਸਹੀ ਦੱਸਣਗੇ ਤਾਂ ਫੇਰ ਤੂੰ ਲਵਾ ਲਈ। ਉਹ ਮੇਰੇ ਤੋਂ ਪਹਿਲਾਂ ਚਲੇ ਗਿਆ, ਉਹ ਅੱਛਾ ਤੁਹਾਡੇ ਤੋਂ ਪਹਿਲਾਂ ਚਲੇ ਗਿਆ ਉਹ। ਲਓ ਜੀ ਵੇਖੋ ਜੀ, ਜਿਹਨੂੰ ਸਲਾਹ ਦਿੱਤੀ ਉਹ ਪਹਿਲਾਂ ਚੱਲ ਗਿਆ। ਉਹਨੂੰ ਸਾਰੇ ਕੰਸਲਟੈਂਟ ਕਹਿੰਦੇ ਵੀ ਹਜੇ ਫਾਈਲ ਨਾ ਲਾ ਜੀ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਥੇ ਇੱਕ ਵਾਰ ਵਿਜ਼ਿਟ ਕਰ, ਆ ਕੇ ਦੇਖ, ਫਿਰ ਆਪਣਾ ਮਨ ਬਣਾ। ਉਹਨੂੰ ਮਨ ਬਣਾਇਆ ਤਾਂ ਚਲੇ ਗਿਆ, ਬਹੁਤ ਵਧੀਆ, ਬਹੁਤ ਖੁਸ਼ ਆ ਉਹ ਵੀ। ਹੁਣ ਵੀ ਗੱਲਬਾਤ ਹੁੰਦੀ ਹੈ ਨਾ, ਵਧੀਆ, ਬਹੁਤ ਵਧੀਆ ਲੱਗਿਆ। ਹੁਣ ਫਿਰ ਡਾਲਰ ਕਮਾਉਣ ਦੀ ਤਿਆਰੀ ਹੈ। ਹਾਂਜੀ ਹਾਂਜੀ। ਲੋ ਜੀ, ਇਹਨਾਂ ਦੀ ਗੱਡੀ ਜਿਹੜੀ ਹੈ ਹੁਣ ਉਹ ਕੈਨੇਡਾ 'ਚ ਭੱਜੇਗੀ, ਸੋ ਡਾਲਰ ਤਾਂ ਕਮਾਉਣਗੇ, ਜ਼ਾਹਿਰ ਜੀ ਗੱਲ ਹੈ ਜੀ, ਕਿਉਂਕਿ ਡਬਲ ਖੁਸ਼ੀ ਹੈ ਇਹਨਾਂ ਵਾਸਤੇ। ਇੱਕ ਤਾਂ ਉੱਥੇ ਜਾਣ ਦਾ ਸੁਪਨਾ ਸਾਕਾਰ ਹੋ ਰਿਹਾ, ਦੂਸਰਾ ਆਪਣੇ ਜਿਹੜੇ ਜੀਵਨ ਸਾਥੀ ਦੇ ਨਾਲ ਇਹਨਾਂ ਦੀ ਮੁਲਾਕਾਤ 1 ਸਾਲ ਬਾਅਦ ਹੋਏਗੀ। ਸੋ ਸਰ, ਇਹੋ ਜਿਹੇ ਜਿਹੜੇ ਕੇਸ ਹੈਗੇ ਨੇ, ਜਿੱਦਾਂ ਕਿ ਇਹਨਾਂ ਦੇ ਵਿਆਹ ਨੂੰ 1 ਸਾਲ ਹੋ ਗਿਆ ਹੈ ਨਾ, ਚਲੋ ਜਿਹੜਾ ਪਹਿਲਾ ਕੇਸ ਸੀ ਉਹਨਾਂ ਦਾ 2-3 ਮਹੀਨਿਆਂ 'ਚ ਲਾਤਾ ਜੀ, ਇਹਨਾਂ ਦਾ ਸਪਾਊਸ ਨੂੰ ਗਏ, ਸੌਰੀ ਸਪਾਊਸ ਨਾਲ ਗਏ ਨੂੰ ਵਿਆਹ ਨੂੰ ਕੈਨੇਡਾ ਨੂੰ ਹੋਇਆ ਵੀ ਜੀ ਤੁਹਾਡੇ 2019 ਚ ਹੋਇਆ ਜੀ। 19 ਓਕੇ। ਤੇ ਗਏ ਕਦੋਂ? ਮਈ ਚ ਗਏ ਜੀ, 2021 ਚ ਗਏ। 21 ਚ ਕਰੋਨਾ ਕਰਕੇ ਫਿਰ ਨਹੀਂ ਹੋ ਜਾ ਪਾਏ ਸੀ। ਓਕੇ। ਸੋ ਜਿਵੇਂ ਕਿ ਇਹਨਾਂ ਦੇ ਸਪਾਊਸ ਨੂੰ ਗਏ ਸਾਲ ਹੋ ਗਿਆ, ਸੋ ਜਿਹੜੇ ਬੰਦੇ ਘਰ ਬੈਠੇ ਉਹਨਾਂ ਨੂੰ ਇੰਤਜ਼ਾਰ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਇੰਤਜ਼ਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ। ਦੇਖੋ, ਇਹ ਸਿਰਫ ਗਾਈਡੈਂਸ ਦੀ ਗੱਲ ਹੈਗੀ ਹੈ, ਠੀਕ ਹੈ। ਮੈਂ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਜੇ ਤੁਹਾਡੇ ਬੇਸਿਕਸ ਕੇਸ ਤੇ ਬੜੇ ਕਲੀਅਰ ਨੇ, ਤੁਹਾਡੀ ਮੈਰਿਜ ਜਿਹੜੀ ਹੈ ਉਹਦੇ ਐਵੀਡੈਂਸਿਸ ਆਪਣੇ ਕੋਲ ਮੌਜੂਦ ਹੈਗੀ ਹੈ, ਠੀਕ ਹੈ, ਤੁਹਾਡਾ ਸਪਾਊਸ ਕੈਨੇਡਾ ਸਟੱਡੀ ਕਰਨ ਗਿਆ ਤੇ ਅਨਰੋਲਡ ਹੈ, ਸੋ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਸਾਨੂੰ ਰੋਕ ਸਕਦੀ ਹੈ, ਠੀਕ ਹੈ। ਅਸੀਂ ਬੇਝਿਜਕ ਹੋ ਕੇ ਆਪਾਂ ਆਪਣੀ ਫਾਈਲ ਪ੍ਰੋਸੈਸ ਕਰ ਸਕਦੇ ਹਾਂ, ਠੀਕ ਹੈ। ਬਾਕੀ ਤੁਸੀਂ ਸਾਡੇ ਆਫਿਸ ਆਓ, ਅਸੀਂ ਤੁਹਾਡੇ ਸਾਰੇ ਡਾਕੂਮੈਂਟ ਰਿਵਿਊ ਕਰਾਂਗੇ, ਤੁਹਾਡੇ ਫਾਈਨੈਂਸ਼ੀਅਲ ਐਸਪੈਕਟਸ ਕਿੰਨੇ ਕੁ ਸਟਰੋਂਗ ਹੈ, ਤੁਹਾਡੀ ਇੰਪਲੋਇਮੈਂਟ ਕੀ ਕਹਿੰਦੀ ਹੈਗੀ ਹੈ, ਅਸੀਂ ਤੁਹਾਨੂੰ ਅਕੋਰਡਿੰਗਲੀ ਸਲਾਹ ਦੇਵਾਂਗੇ ਕਿ ਵਾਟ ਇਜ਼ ਦਾ ਰਾਈਟ ਟਾਈਮ ਟੂ ਸਬਮਿਟ ਯੂਰ ਐਪਲੀਕੇਸ਼ਨ। ਸੋ ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ ਹਰਪ੍ਰੀਤ ਜੀ। ਸੋ ਜਿਵੇਂ ਕਿ ਆਪਾਂ ਹਰਪ੍ਰੀਤ ਹਮਾਂ ਦੀ ਪ੍ਰੋਫਾਈਲ ਵੀ ਦਿਖਾਈ ਹੈ, ਸੋ ਇਹਨਾਂ ਨੇ ਵੀ ਆਪਣਾ ਜਿਹੜਾ ਵਾ ਸਪਾਊਸ ਵਾਲਾ ਜਿਹੜਾ ਵੀਜ਼ਾ ਉਹ ਹਾਸਲ ਕਰ ਲਿਆ, ਜਿਹੜਾ ਕਿ ਆਮ ਤੌਰ ਦੇ ਉੱਤੇ ਲੰਬੇ ਸਮੇਂ ਤੋਂ ਇਹ ਕਿਹਾ ਜਾਂਦਾ ਸੀ ਕਿ ਕੈਨੇਡਾ ਦੇ ਵਿੱਚ ਨਹੀਂ ਮਿਲਦਾ। ਸੋ ਸਰ, ਕਿਸੇ ਕੇਸ 'ਚ ਪੋਸੀਬਿਲਿਟੀ ਹੁੰਦੀ ਹੈ, ਕਿਉਂਕਿ ਕਿਹਾ ਜਾਂਦਾ ਕਿ ਚਲੋ ਯੂਕੇ ਵਗੈਰਾ ਤਾਂ ਕਹਿੰਦੇ ਕਿ ਸਪਾਊਸ ਦੇ ਨਾਲ ਜਾਓ, ਕੈਨੇਡਾ 'ਚ ਕੋਈ ਪੋਸੀਬਿਲਿਟੀ ਹੈਗੀ ਹੈ ਕਿ ਸਪਾਊਸ ਦੇ ਨਾਲ ਜਾਣ ਦੀ? ਜੀ ਡੈਫੀਨਿਟਲੀ, ਅਸੀਂ ਇਹੋ ਜਿਹੇ ਕੇਸਿਸ ਵੀ ਹੈਂਡਲ ਕਰ ਚੁੱਕੇ ਹਾਂ ਕਿ ਜਿਹਦੇ ਵਿੱਚ ਕੀ ਤੁਸੀਂ ਆਪਣੇ ਸਪਾਊਸ ਦੀ ਜੇ ਸਟੱਡੀ ਵੀਜ਼ਾ ਐਪਲੀਕੇਸ਼ਨ ਸਾਡੇ ਕੋਲੋਂ ਪ੍ਰੋਸੈਸ ਕਰਦੇ ਹੈਗੇ ਹੋ, ਤੇ ਤੁਹਾਡਾ ਜਿਹੜਾ ਓਪਨ ਵਰਕਮੈਂਟ ਐਪਲੀਕੇਸ਼ਨ ਹੈ ਇਵਨ ਉਹ ਵੀ ਨਾਲ ਪ੍ਰੋਸੈਸ ਹੋ ਜਾਏਗਾ। ਬਟ ਡੈਫੀਨਿਟਲੀ ਉਸ ਕੇਸ ਦੇ ਅੰਦਰ ਕੁਝ ਸਪੈਸੀਫਿਕ ਕੰਡੀਸ਼ਨਸ ਨੇ ਕਿ ਯੂਨੀਵਰਸਿਟੀ ਨੂੰ ਲੈ ਕੇ ਤੇ ਤੁਹਾਡੀ ਸਟੱਡੀ ਨੂੰ ਲੈ ਕੇ ਕਿ ਕਿਸ ਲੈਵਲ ਦੀ ਸਟੱਡੀ ਹੋਣੀ ਚਾਹੀਦੀ ਹੈ। ਜੇ ਉਹ ਸਭ ਐਸ ਪਰ ਐਮਬੈਸੀ ਦੀ ਰਿਕੁਆਇਰਮੈਂਟ ਦੇ ਮੁਤਾਬਕ ਹੈ ਤੇ ਦੇਰ ਆਰ ਸੋ ਮੈਨੀ ਕੇਸਿਸ ਜਿਹੜੇ ਅਸੀਂ ਹੈਂਡਲ ਕੀਤੇ ਆ ਜਿਹਦੇ ਅੰਦਰ ਕਿ ਸਪਾਊਸ ਦੀ ਐਪਲੀਕੇਸ਼ਨ, ਓਪਨ ਵਰਕਮੈਂਟ ਦੀ ਐਪਲੀਕੇਸ਼ਨ ਅਸੀਂ ਨਾਲ ਹੀ ਸਬਮਿਟ ਕੀਤੀ ਹੈ। ਤੇ ਇਕੱਲੇ ਸਪਾਊਸ ਦੀ ਨਹੀਂ, ਈਵਨ ਜੇ ਤੁਹਾਡੀ ਫੈਮਿਲੀ, ਜੇ ਤੁਹਾਡੇ ਨਾਲ ਬੱਚੇ ਵੀ ਨੇ ਜੀ, ਤੇ ਉਹਨਾਂ ਦਾ ਅਸੀਂ ਵਿਜ਼ਟਰ ਵੀਜ਼ਾ ਕਰ ਸਕਦੇ ਹਾਂ। ਜੇ ਉਹਨਾਂ ਦੀ ਏਜ ਸਕੂਲ ਗੋਇੰਗ ਹੈਗੀ ਹੈ, ਯਾਨੀ ਕਿ ਜੇ 5 ਸਾਲ ਤੋਂ ਵੱਡੀ ਏਜ ਦੇ ਹੈਗੇ ਹੈ, ਤੇ ਉਹਨਾਂ ਦਾ ਸਟੱਡੀ ਪਰਮਿਟ ਐਪਲੀਕੇਸ਼ਨ ਵੀ ਨਾਲ ਹੀ ਸਬਮਿਟ ਹੋ ਜਾਏਗੀ, ਸੋ ਕਿ ਤੁਸੀਂ ਪੂਰੀ ਫੈਮਿਲੀ ਇਕੱਠੇ ਕੈਨੇਡਾ ਟਰੈਵਲ ਕਰ ਸਕਦੇ ਹੈਗੇ ਹੋ, ਇਕੱਲੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੀ। ਸੋ ਹੁਣ ਤੁਸੀਂ ਕੀ ਸੁਜੈਸਟ ਕਰਦੇ ਹੋ ਜੀ ਕਿ ਜਿਹੜੇ ਸਪਾਊਸ ਨਾਲ ਮੰਨ ਲਓ ਨਹੀਂ ਜਾ ਸਕਦੇ, ਜੇ ਐਲੀਜੀਬਿਲਟੀ ਨਹੀਂ ਬਣਦੀ, ਤੇ ਕਿੰਨੇ ਕੁ ਦਿਨਾਂ 'ਚ, ਮਤਲਬ ਸਪਾਊਸ ਦੇ ਜਾਣ ਤੋਂ ਕਿੰਨੇ ਕੁ ਦਿਨਾਂ ਦੇ ਵਿੱਚ ਅਪਲਾਈ ਕਰ ਸਕਦੇ? ਜਿਵੇਂ ਵੀ ਤੁਹਾਡਾ ਸਪਾਊਸ ਉੱਥੇ ਐਨਰੋਲ ਹੁੰਦਾ, ਜਿਵੇਂ ਅਸੀਂ ਗੱਲ ਕਰੀਏ ਸਤੰਬਰ ਇਨਟੇਕ ਆਲਰੇਡੀ ਸਟੂਡੈਂਟ ਉੱਥੇ ਪਹੁੰਚ ਚੁੱਕੇ ਨੇ, 15 ਦਿਨ ਹੋ ਚੁੱਕੇ ਨੇ। ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਤੁਹਾਡਾ ਸਪਾਊਸ ਸਤੰਬਰ 2022 ਇਨਟੇਕ 'ਚ ਕੈਨੇਡਾ 'ਚ ਗਿਆ ਹੈ, ਸੋ ਇਹ ਰਾਈਟ ਟਾਈਮ ਹੈਗਾ, ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਆਪਣੇ ਡਾਕੂਮੈਂਟ ਲੈ ਕੇ ਆਓ, ਤੁਹਾਡੀ ਫਾਈਲ ਅਸੀਂ ਪ੍ਰੋਸੈਸ ਕਰਾਂਗੇ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਡਰ ਤੋਂ। ਯੂ ਆਰ ਪਰਫੈਕਟਲੀ ਐਲੀਜੀਬਲ। ਸੋ ਫਿਰ ਤੁਹਾਨੂੰ ਦੱਸ ਦਈਏ ਜੀ, ਕੈਨੇਡਾ ਤੋਂ ਵੀ ਮਾਨਤਾ ਪ੍ਰਾਪਤ ਨੇ ਇਹਨਾਂ ਦੀ ਫਾਈਲਿੰਗ ਜਿਹੜੀ ਉਹ ਕੈਨੇਡਾ ਤੋਂ ਹੁੰਦੀ, ਕੋਈ ਆਪ ਦੱਸ ਦਿਓ ਜੀ। ਜੀ ਸਰ, ਅਸੀਂ ਲਾਇਸੈਂਸਡ ਹੈ ਕੈਨੇਡਾ ਇਮੀਗ੍ਰੇਸ਼ਨ ਤੋਂ। ਸਾਡੀ ਜਿਹੜੀ ਵੀ ਫਾਈਲ ਹੈ ਕੈਨੇਡਾ ਥਰੂ ਸਬਮਿਟ ਹੁੰਦੀ ਹੈ। ਸਾਡੇ ਕੋਲ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦਾ ਪੋਰਟਲ ਹੈ, ਜਿਹੜੀ ਵੀ ਕਮਿਊਨੀਕੇਸ਼ਨ ਹੈ ਫਰਸਟ ਹੈਂਡ ਤੁਹਾਡੀ ਫਾਈਲ ਦੇ ਉੱਪਰ ਸਾਡੇ ਕੋਲ ਰਿਸੀਵ ਹੁੰਦੀ ਹੈ, ਤੇ ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਜੀ। ਸੋ ਇਸ ਕਰਕੇ ਜਿਹੜੇ ਵੀ ਲੋਕ ਵੀਡੀਓ ਦੇਖ ਰਹੇ ਨੇ ਜੀ, ਕਿ ਘੱਟੋ ਘੱਟ ਆ ਕੇ ਸਲਾਹ ਲਓ। ਦੂਸਰੀ ਗੱਲ ਹੈ, ਪ੍ਰੋਫਾਈਲ ਚੈੱਕ ਕਰਨੀ ਚਾਹੀਦੀ ਹੈ, ਜਿਵੇਂ ਕਿ ਜਿਨ੍ਹਾਂ ਨੇ ਵੀਜ਼ੇ ਲਏ ਉਹ ਵੀ ਦੱਸਦੇ ਨੇ ਕਿ ਪ੍ਰੋਫਾਈਲ ਚੈੱਕ ਕਰਕੇ ਆਏ। ਔਰ ਭਾਈ ਸਾਹਿਬ ਨੇ ਤਾਂ ਇੱਕ ਹੋਰ ਗੱਲ ਦੱਸੀ ਜੀ, ਇਹਨਾਂ ਨੇ ਆਪਣੇ ਦੋਸਤ ਨੂੰ ਰੈਫਰ ਕੀਤਾ, ਉਹਨਾਂ ਦਾ ਵੀਜ਼ਾ ਪਹਿਲੇ ਆ ਗਿਆ, ਸੋ ਉਹ ਵੀ ਸਪਾਊਸ ਵਾਲਾ ਹੀ ਕੇਸ ਸੀ। ਸੋ ਅਗਲਾ ਸਟੂਡੈਂਟ ਬੁਲਾ ਲਈਏ ਜੀ ਫਿਰ। ਅਗਲੇ ਅਸੀਂ ਵਰਿੰਦਰ ਹੋਰਾਂ ਨੂੰ ਬੁਲਾਵਾਂਗੇ ਜੀ, ਜਿਹੜੇ ਬਟਾਲੇ ਨੂੰ ਬਿਲੋਂਗ ਕਰਦੇ ਆ। ਉਹਨਾਂ ਦਾ ਕੇਸ ਬਾਰੇ ਜਾਣਦੇ ਆ, ਬਹੁਤ ਹੀ ਚੈਲੰਜਿੰਗ ਕੇਸ ਸੀਗਾ ਇਹਨਾਂ ਦਾ ਵੀ, ਸੋ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਵਾਸਤੇ। ਪਹਿਲਾਂ ਰਿਫਿਊਜ਼ ਕੇਸ ਸੀਗਾ,
ਸੋ ਵਰਿੰਦਰ ਜੀ ਨਾਲ ਗੱਲ ਕਰਦੇ ਹਾਂ। ਸੋ ਬੜੀ ਯੂਨੀਕ ਜੀ ਵੀਡੀਓ ਜੀ, ਮੇਰੇ ਮੂੰਹ ਤੋਂ ਸਟੂਡੈਂਟ ਨਿਕਲ ਜਾਂਦਾ ਜੀ, ਬਾਰ-ਬਾਰ ਇਸੇ ਕਰਕੇ ਨਿਕਲ ਜਾਂਦਾ ਕਿਉਂਕਿ ਸਟੂਡੈਂਟਸ ਵਾਲੀ ਵੀਡੀਓ ਆਪਾਂ ਬਹੁਤ ਕੀਤੀਆਂ ਨੇ, ਕਿਉਂਕਿ ਲੰਬੇ ਸਮੇਂ ਤੋਂ ਸਪਾਊਸ ਵਾਲੀ ਕੈਨੇਡਾ ਦੀ ਵੀਡੀਓ ਕਰਨ ਦਾ ਮੌਕਾ ਨਹੀਂ ਮਿਲਿਆ, ਔਰ ਨਾ ਹੀ ਇਹੋ ਜਿਹਾ ਸੀਨ ਕਿਤੇ ਮੈਂ ਦੇਖਿਆ ਇੱਕ ਅੱਧਾ ਵੀਜ਼ਾ ਭੁੱਲਿਆ ਭਟਕਾ ਆ ਜੇ, ਪਰ ਇਹਨਾਂ ਨੇ ਤਾਂ ਲੰਬੀ ਚੌੜੀ ਫਾਈਲ ਸਾਡੇ ਸਾਹਮਣੇ ਰੱਖ ਦਿੱਤੀ। ਸੋ ਇਸੇ ਕਰਕੇ ਇਹਨਾਂ ਨੂੰ ਕਿਹਾ ਸੀ ਕੁਝ ਸਟੂਡੈਂਟਸ ਇਦਾਂ ਦੇ ਫੇਸ ਸਟੂਡੈਂਟ ਨਿਕਲਦਾ ਮੂੰਹ ਕਿ ਕੁਝ ਐਪਲੀਕੈਂਟਸ ਇਦਾਂ ਦੇ ਜਿਹੜੇ ਬੁਲਾ ਦਿਓ ਕਿ ਤਾਂ ਕਿ ਆਪਾਂ ਐਗਜ਼ਾਮਪਲ ਜਿਹੜੀ ਹੈ ਉਹ ਦਿਖਾ ਦਈਏ। ਸੋ ਇਹਨਾਂ ਬਾਰੇ ਵੀ ਥੋੜਾ ਦੱਸ ਦਿਓ ਜੀ। ਸੋ ਵਰਿੰਦਰ ਜੀ ਬਟਾਲਾ ਨੂੰ ਬਿਲੋਂਗ ਕਰਦੇ ਆ ਜੀ। ਜੀ ਵਰਿੰਦਰ ਜੀ ਪਹਿਲੇ ਤਾਂ ਵਧਾਈਆਂ ਵੀਰ ਜੀ, ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦੀ ਜਿਹੜੀ ਫਾਈਲ ਅਸੀਂ ਸਬਮਿਟ ਕੀਤੀ ਸੀਗੀ ਜੀ 9 ਅਗਸਤ 2022 ਨੂੰ ਇਹਨਾਂ ਦੀ ਫਾਈਲ ਸਬਮਿਟ ਕੀਤੀ ਹੈ ਜੀ, ਤੇ 20 ਸਤੰਬਰ 2022 ਨੂੰ ਇਹਨਾਂ ਦਾ ਵੀਜ਼ਾ ਆ ਗਿਆ। ਸੋ ਰਫਲੀ ਉਹੀ ਆਪਾਂ ਸਵਾ ਕੁ ਮਹੀਨੇ 'ਚ ਇਹਨਾਂ ਦਾ ਇੱਕ ਮਹੀਨਾ ਤੇ 10 ਦਿਨ ਦੀ ਗੱਲ ਕਰੀਏ ਆਪਾਂ ਨਾ, ਇਹਨਾਂ ਦਾ ਵੀਜ਼ਾ ਆ ਗਿਆ। ਸੋ ਕੁਆਲੀਫਿਕੇਸ਼ਨ ਵਾਈਜ਼ ਇਹਨਾਂ ਦੀ ਗ੍ਰੇਡ 10 ਹੈਗੀ ਹੈ ਕੁਆਲੀਫਿਕੇਸ਼ਨ। ਬਹੁਤ ਲੋਕਾਂ ਨੂੰ ਦੇਖੋ ਇਹ ਵੀ ਡਾਊਟ ਹੁੰਦਾ ਹੈ ਕਿ ਕੁਆਲੀਫਿਕੇਸ਼ਨ ਕਿਤੇ ਸਾਡੀ ਘੱਟ ਹੈਗੀ ਹੈ, ਸਾਡੀ ਗ੍ਰੇਡ 12 ਹੈਗੀ ਹੈ ਜਾਂ ਗ੍ਰੇਡ 10 ਹੈਗੀ ਹੈ, ਸੋ ਕੀ ਉਹਦਾ ਨੈਗੇਟਿਵ ਇੰਪੈਕਟ ਤਾਂ ਨਹੀਂ ਪਊਗਾ। ਸੋ ਇਹ ਸਬੂਤ ਸਾਡੇ ਸਾਹਮਣੇ ਨੇ ਇਸ ਟਾਈਮ। ਅੱਛਾ ਸਾਰੇ ਆਪਾਂ ਕਹਿੰਦੇ 10ਵੀਂ 12ਵੀਂ ਵਾਲੇ ਹੀ ਨੇ। ਬਿਲਕੁਲ ਜੀ ਬਿਲਕੁਲ, ਮੈਕਸਿਮਮ ਗ੍ਰੇਡ 12 ਵਾਲੇ ਐਪਲੀਕੈਂਟ ਨੇ, ਕੋਈ ਐਗਰੀਕਲਚਰ ਬੈਕਗ੍ਰਾਉਂਡ ਨੂੰ ਬਿਲੋਂਗ ਕਰਦਾ ਹੈ, ਸੋ ਇਹਨਾਂ ਦੀ ਕੁਆਲੀਫਿਕੇਸ਼ਨ ਵੀ ਗ੍ਰੇਡ 10 ਹੈ। ਸੋ ਇਹਨਾਂ ਦਾ ਓਪਨ ਡਾਕੂਮੈਂਟ ਅਪਰੂਵ ਹੋਇਆ, ਇਹਨਾਂ ਦੀ ਇਵਨ ਹਜੇ ਕੱਲ੍ਹ ਹੀ ਪਾਸਪੋਰਟ ਰਿਕੁਐਸਟ ਆਈ ਹੈ। ਸੋ ਇਹਨਾਂ ਦਾ ਪਾਸਪੋਰਟ ਅਸੀਂ ਪ੍ਰੋਸੈਸ ਕਰ ਰਹੇ ਹਾਂ ਤੇ ਇਹਨਾਂ ਦੀ ਪਹਿਲਾਂ ਰਿਫਿਊਜ਼ਲ ਸੀ ਜੀ ਐਗਜ਼ੈਕਟਲੀ। ਸੋ ਵਰਿੰਦਰ ਬਾਰੇ ਜੀ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ ਜੀ ਕਿ ਇਹ ਭਾਈ ਸਾਹਿਬ ਜਨਵਰੀ 2022 ਦੇ ਵਿੱਚ ਰਿਫਿਊਜ਼ ਹੋ ਚੁੱਕੇ ਨੇ, ਉਹ ਵੀ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ। ਸੋ ਵਰਿੰਦਰ ਜੀ ਕੀ ਲੱਗਦਾ ਸੀਗਾ ਜਦੋਂ ਰਿਫਿਊਜ਼ਲ ਆਈ, ਉਸ ਤੋਂ ਬਾਅਦ ਕੀ ਲੱਗਦਾ ਕਿੰਨਾ ਸਮਾਂ ਲੱਗੇਗਾ ਤੁਹਾਨੂੰ ਆਪਣੀ ਵਾਈਫ ਨਾਲ ਮੁਲਾਕਾਤ ਕਰਨ 'ਚ? ਸਰ ਜਦੋਂ ਲੋਕਡਾਊਨ ਹੋ ਗਿਆ ਨਾ ਜੀ, ਉਸ ਤੋਂ ਬਾਅਦ ਤੇ ਬਹੁਤ ਹੀ ਮੁਸ਼ਕਲ ਜੀ ਕਦੋਂ ਲੱਗੀ। ਗਏ ਸੀ ਤੁਹਾਡੇ ਵਾਈਫ, ਕਦੋਂ ਗਏ ਸੀ? ਉਹ ਗਏ ਸੀ 22 ਸਤੰਬਰ 2020 ਦੇ ਵਿੱਚ। ਓਕੇ 2 ਸਾਲ ਹੋ ਗਏ। ਹਾਂਜੀ, ਉਸ ਤੋਂ ਬਾਅਦ ਮੈਂ ਫਾਈਲ ਲਗਵਾਈ ਸੀ, ਜਿਨ੍ਹਾਂ ਕੋਲ ਸਟੱਡੀ ਫਾਈਲ ਲਗਵਾਈ ਸੀ ਉਹਨਾਂ ਕੋਲ ਮੈਂ ਆਪਣੀ ਸਪਾਊਸ ਦੀ ਲਗਵਾ ਲਈ ਸੀ ਫਾਈਲ, ਤੇ ਬਾਅਦ ਵਿੱਚ ਰਿਜ਼ਲਟ ਆਇਆ ਬਹੁਤ ਹੀ ਜ਼ਿਆਦਾ ਲੇਟ ਜੀ। 1 ਸਾਲ ਬਾਅਦ ਰਿਜ਼ਲਟ ਆਇਆ ਤੇ ਰਿਫਿਊਜ਼ਲ ਆ ਗਈ। ਤੁਹਾਡੀ ਰਿਫਿਊਜ਼ਲ ਆ ਗਈ? ਵਾਈਫ ਪਹਿਲੇ ਜਾ ਵਾਈਫ ਤੇ ਮੇਰੇ ਜਾ ਚੁੱਕੇ ਸੀ, ਮੇਰੀ ਰਿਫਿਊਜ਼ਲ ਆ ਗਈ ਸੀ। ਉਹ ਵੀ 1 ਸਾਲ ਦਾ ਸਮਾਂ ਲੱਗ ਗਿਆ ਜੀ। 1 ਸਾਲ ਬਾਅਦ ਰਿਜ਼ਲਟ ਆਇਆ ਸੀ ਜੀ। ਉਸ ਤੋਂ ਬਾਅਦ ਫਿਰ ਸਰ ਬਹੁਤ ਹੀ ਜ਼ਿਆਦਾ ਮੁਸ਼ਕਲ ਜੀ ਲੱਗ ਰਹੀ ਸੀ ਕਿ ਕੌਣ ਕਿਸ ਏਜੰਟ ਨੂੰ ਲੱਭੀਏ ਜਿਹੜਾ ਸਾਡੀ ਫਾਈਲ ਨੂੰ ਪ੍ਰੋਸੈਸ ਕਰ ਸਕਦਾ ਸਹੀ ਤਰੀਕੇ ਨਾਲ। ਫਿਰ ਮੇਰੇ ਫਰੈਂਡ ਨੇ ਕਿਸੇ ਨੇ ਦੱਸਿਆ ਸੀ ਇਹਨਾਂ ਵੱਲੋਂ, ਫਿਰ ਬਟਾਲੇ 'ਚ ਇਹਨਾਂ ਦਾ ਨਵਾਂ ਆਫਿਸ ਉਦੋਂ ਖੁੱਲਿਆ ਸੀ, ਤੇ ਫਿਰ ਬਟਾਲੇ ਵਿੱਚ ਇਹਨਾਂ ਨੂੰ ਮੈਂ ਮਿਲਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਮੇਰੀ ਫਾਈਲ ਨੂੰ ਰੀਡ ਕੀਤਾ ਚੰਗੀ ਤਰ੍ਹਾਂ। ਜਿਹੜੇ ਮੇਰੇ ਡਾਕੂਮੈਂਟ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਸੀ ਸਾਰਾ ਉਹਨਾਂ ਨੇ ਰੈਡੀ ਕਰਵਾ ਕੇ, ਥੋੜਾ ਟਾਈਮ ਲਿੱਤਾ ਮੇਰੇ ਕੋਲ ਕਿਉਂਕਿ ਮੇਰੀ ਫਾਈਲ ਦੇ ਵਿੱਚ ਕਾਫੀ ਕਮੀਆਂ ਸੀ। ਫਿਰ ਜਦੋਂ ਮੇਰੇ ਡਾਕੂਮੈਂਟ ਸਾਰੇ ਕੰਪਲੀਟ ਹੋ ਗਏ ਉਸ ਤੋਂ ਬਾਅਦ ਮੇਰੀ ਵਾਈਫ ਦਾ ਵਰਕ ਪਰਮਿਟ ਆਇਆ, ਫਿਰ 9 ਅਗਸਤ ਨੂੰ ਫਾਈਲ ਲਗਾ ਦਿੱਤੀ ਜੀ। ਤੇ ਸੋ ਅਕਸਰ ਜੀ ਕਿਉਂਕਿ ਡਾਕੂਮੈਂਟ ਬਾਰੇ ਜਿਹੜੀ ਇਹਨਾਂ ਨੇ ਗੱਲ ਕੀਤੀ, ਡਾਕੂਮੈਂਟ ਦੀ ਕਮੀ ਤੋਂ ਉਹਨਾਂ ਦਾ ਭਾਵ ਹੈਗਾ ਵਾ ਕਿ ਕਈ ਵਾਰੀ ਏਜੰਟਸ ਨੂੰ ਨੌਲੇਜ ਨਹੀਂ ਹੁੰਦੀ, ਉਹ ਤੁਹਾਡੇ ਡਾਕੂਮੈਂਟ ਲਾਉਂਦੇ ਨਹੀਂ। ਸੋ ਕਈ ਡਾਕੂਮੈਂਟ ਜਿਹੜੇ ਆ ਉਹ ਆਫੀਸ਼ੀਅਲੀ ਜਿਹੜਾ ਵਾ ਉਹਨੂੰ ਐਕਸੈਪਟ ਕਰਨ ਵਾਸਤੇ ਉਹਦੀ ਤਿਆਰੀ ਦਾ ਮਤਲਬ ਹੈ ਕਿ ਉਹਨਾਂ ਦੀ ਸਟੈਂਪਿੰਗ ਕਰਾਣੀ ਪੈਂਦੀ ਹੈ, ਉਹਨਾਂ ਨੂੰ ਅਟੈਸਟ ਕਰਾਉਣਾ ਪੈਂਦਾ ਪ੍ਰੋਪਰ ਅਥਾਰਟੀ ਤੋਂ। ਕਈ ਵਾਰੀ ਇਦਾਂ ਹੀ ਫੋਟੋ ਸ਼ੇਟਾ ਚੱਕ ਕੇ ਲਾ ਦਿੰਦੇ ਨੇ, ਸੋ ਉਹਦੇ ਨਾਲ ਵੀ ਜਿਹੜਾ ਗੜਬੜ ਹੋ ਜਾਂਦੀ ਹੈ। ਸੋ ਵਰਿੰਦਰ ਜੀ ਪਹਿਲੇ ਤਾਂ ਇਹ ਦੱਸੋ ਕਿ ਠੀਕ ਹੈ ਇੱਕ ਵਾਰੀ ਰਿਫਿਊਜ਼ਲ ਤੁਹਾਡੇ ਕੋਲ ਆ ਗਈ, ਉਸ ਤੋਂ ਬਾਅਦ ਚੋਂ ਡਰ ਪੈ ਜਾਂਦਾ, ਫਿਰ ਇਹਨਾਂ ਦਾ ਭਰੋਸਾ ਕਿਵੇਂ ਹੋਇਆ? ਭਰੋਸਾ ਸਰ ਇਹਨਾਂ ਦਾ ਐਕਚੁਅਲੀ ਮੈਂ ਕਾਫੀ ਵੀਜ਼ੇ ਦੇਖੇ ਸੀ ਪਹਿਲਾਂ, ਕਾਫੀ ਪੀਆਰ ਦਾ ਵੀ ਸਰ ਕਰਦੇ ਨੇ ਕੰਮ ਜੀ, ਤੇ ਫਿਰ ਇਦਾਂ ਹੀ ਹੌਸਲਾ ਹੋ ਗਿਆ, ਕਿਸੇ ਫਰੈਂਡ ਸਰਕਲ ਦੇ ਵਿੱਚ ਕਿਸੇ ਦਾ ਆ ਗਿਆ, ਇਦਾਂ ਹੀ ਦੇਖ ਦੇਖ ਕੇ ਫਿਰ ਵਿਸ਼ਵਾਸ ਹੋ ਗਿਆ ਕਿ ਇਹ ਜ਼ਰੂਰ ਮੇਰਾ ਕੰਮ ਕਰਵਾ ਦੇਣਗੇ। ਭਰੋਸੇ ਦੇ ਪੂਰੇ ਉਤਰੇ? ਬਿਲਕੁਲ ਜੀ ਬਿਲਕੁਲ। ਖੱਜਲ ਖੁਆਰ ਤਾਂ ਨਹੀਂ ਕੀਤਾ? ਨਹੀਂ ਨਹੀਂ ਪੱਕੀ ਗੱਲ ਹੈ। ਬਿਲਕੁਲ ਬਿਲਕੁਲ। ਲੋ ਜੀ, ਸੋ ਵਰਿੰਦਰ ਨੂੰ ਬਹੁਤ ਬਹੁਤ ਵਧਾਈਆਂ ਜੀ। ਸੋ ਲੰਬੇ ਸਮੇਂ ਤੋਂ ਆਪਣੇ ਸਪਾਊਸ ਦੇ ਕੋਲ ਜਾਣ ਦਾ ਇੰਤਜ਼ਾਰ ਕਰ ਰਹੇ ਸੀ, ਸੋ ਹੁਣ ਸਮਾਂ ਆ ਗਿਆ ਜੀ। ਸੋ ਫਿਰ ਕਿੱਦਾਂ ਸ਼ੋਪਿੰਗ ਕਰ ਲਈਏ? ਬਸ ਸਰ ਹੁਣ ਕਰਦੇ, ਕੱਲ ਤੇ ਆਈਏ ਪੀਪੀਆਰ, ਫਿਰ ਹੁਣ ਕਰ ਰਹੇ ਹਾਂ ਤਿਆਰੀ। ਪਾਸਪੋਰਟ ਆਉਣ ਤੋਂ ਬਾਅਦ ਕਿੰਨੇ ਦਿਨਾਂ 'ਚ ਨਿਕਲ ਜਾਓਗੇ? ਸਰ ਜਾਣਾ 1-2 ਮਹੀਨੇ ਤੱਕ ਜਾਣਾ ਜੀ। ਸੋ ਠੀਕ ਹੈ ਜੀ, ਤਿਆਰੀ ਇਹਨਾਂ ਨੇ ਕਰ ਲਈ ਹੈ ਜੀ, ਮਹੀਨੇ 2 ਮਹੀਨੇ ਤੱਕ ਚੱਲ ਜਾਣਗੇ ਕਿਉਂਕਿ ਲੰਬਾ ਸਮਾਂ ਹੈ। ਸੋ ਇੱਕ ਗੱਲ ਇਹ ਵੀ ਦੱਸ ਦਿਓ ਜੀ, ਤੁਹਾਡੇ ਵਾਈਫ ਉੱਥੇ ਨੇ, ਸੋ ਜਦੋਂ ਰਿਫਿਊਜ਼ਲ ਆਈ ਹੋਏਗੀ ਤੁਹਾਡੀ, ਸੋ ਬੰਦੇ ਦਾ ਮਨ ਜਿਹੜਾ ਵਾ ਟੁੱਟ ਜਾਂਦਾ ਵਾ, ਹਨਾ? ਸੋ ਉਹਨਾਂ ਨੂੰ ਫਿਰ ਹੌਸਲਾ ਕਿੱਦਾਂ ਦਿੰਦੇ ਰਹੇ ਇੰਨਾ ਸਮਾਂ? ਸਰ ਹੌਸਲਾ ਇੱਕ ਦੂਸਰੇ ਨੂੰ, ਉਹ ਸਗੋਂ ਮੈਨੂੰ ਹੌਸਲਾ ਦਿੰਦੇ ਰਹੇ ਨੇ, ਉਹ ਮੇਰੇ ਨਾਲੋਂ ਜ਼ਿਆਦਾ ਸਟਰੋਂਗ ਨੇ, ਮੈਨੂੰ ਉਹ ਦਿੰਦੇ ਰਹੇ ਨੇ ਹੌਸਲਾ ਕਿ ਚਲੋ ਕੋਈ ਗੱਲ ਨਹੀਂ, ਜੋ ਪਰਮਾਤਮਾ ਕਰਦਾ ਉਹਦੇ ਵਿੱਚ ਵੀ ਸਾਡੀ ਭਲਾਈ ਹੁੰਦੀ ਆ। ਤੇ ਬਸ ਇਸ ਤਰ੍ਹਾਂ ਹੀ ਸਾਰੇ ਇੱਕ ਦੂਸਰੇ ਸੋ ਠੀਕ ਹੈ ਜੀ, ਪ੍ਰਮਾਤਮਾ ਤੇ ਭਰੋਸਾ ਕੀਤਾ ਵਾ। ਸੋ ਜੀ ਇਹਨਾਂ ਦੇ ਕੇਸ ਬਾਰੇ ਕੁਝ ਮੈਂ ਜ਼ਰੂਰੀ ਚੀਜ਼ਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹਾਂਗਾ। ਜਿਵੇਂ ਅਸੀਂ ਗੱਲ ਕਰਦੇ ਹਾਂ, ਸਾਡਾ ਕੈਨੇਡਾ ਆਫਿਸ ਹੈ, ਸਾਡੀ ਪ੍ਰੋਸੈਸਿੰਗ ਕੈਨੇਡਾ ਤੋਂ ਹੁੰਦੀ ਹੈ। ਸੋ ਅਸੀਂ ਵਰਿੰਦਰ ਦੀ ਵਾਈਫ ਦੀ ਅਸੀਂ ਉੱਥੇ ਜਿਹੜੀ ਫਾਈਲਿੰਗ ਸੀਗੀ, ਜਿਵੇਂ ਸਟੱਡੀ ਖਤਮ ਹੋ ਗਈ ਸੀਗੀ, ਸੋ ਅਸੀਂ ਉਹਨਾਂ ਦਾ ਪੋਸਟ ਗ੍ਰੈਜੂਏਟ ਡਾਕੂਮੈਂਟ ਉੱਥੋਂ ਅਸੀਂ ਉਹਨਾਂ ਨੂੰ ਹੈਲਪ ਕੀਤੀ ਲੈਣ 'ਚ। ਸੋ ਉਹਦੇ ਅਕੋਰਡਿੰਗ ਕੀ ਹੋਇਆ ਕਿ ਸਾਨੂੰ ਇਹਨਾਂ ਦੀ ਫਾਈਲਿੰਗ ਬਾਰੇ ਬੜੇ ਇੰਪੋਰਟੈਂਟ ਜਿਹੜੇ ਪੈਰਾਮੀਟਰ ਅਸੀਂ ਗੇਨ ਕਰ ਸਕੇ, ਅਸੀਂ ਗ੍ਰਿਪ ਬਣਾ ਸਕੇ ਇਹਨਾਂ ਦੀ ਫਾਈਲ ਦੇ ਉੱਪਰ, ਕਿਉਂਕਿ ਵਾਈਫ ਦੀ ਫਾਈਲ ਸਾਡੇ ਕੋਲ ਆ ਚੁੱਕੀ ਸੀਗੀ। ਦੂਸਰੀ ਇਹਨਾਂ ਦੇ ਕੇਸ 'ਚ ਮੰਦਭਾਗੀ ਗੱਲ ਜਿਹੜੀ ਸੀਗੀ ਕਿ ਇਹਨਾਂ ਦੀ ਜਿਹੜੀ ਪ੍ਰੀਵੀਅਸ ਫਾਈਲ ਰਿਫਿਊਜ਼ ਹੋਈ ਹੈ, ਉਹ ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਉਹ ਕਿਸੇ ਅਨਆਥੋਰਾਈਜ਼ਡ ਏਜੰਟ ਕੋਲ ਇਹਨਾਂ ਨੇ ਫਾਈਲ ਕੀਤੀ ਸੀਗੀ ਉਸ ਵੇਲੇ, ਜਿਹਦਾ ਰਿਜ਼ਲਟ ਇਹ ਹੋਇਆ ਕਿ ਹਾਲਾਂਕਿ ਇਹਨਾਂ ਦੀ ਫਾਈਲ ਠੀਕ
ਠੀਕ ਤਰੀਕੇ ਨਾਲ ਚੱਲ ਰਹੀ ਸੀਗੀ ਬਟ ਅਨਫੋਰਚੂਨੇਟਲੀ ਜਦੋਂ ਇਹਨਾਂ ਨੂੰ ਮੈਡੀਕਲ ਰਿਕੁਐਸਟ ਤੱਕ ਆ ਗਈ ਸੀਗੀ ਜੀ। ਬਟ ਉਹ ਆਈ ਥਿੰਕ ਏਜੰਟ ਦੀ ਇਨਕੈਪੈਸਿਟੀ ਸੀਗੀ ਕਿਉਂਕਿ ਉਹ ਡਾਇਰੈਕਟਲੀ ਇਮੀਗ੍ਰੇਸ਼ਨ ਨਾਲ ਕੰਮ ਨਹੀਂ ਕਰਦਾ ਸੀਗਾ, ਮੇਬੀ ਕਿਸੇ ਥਰਡ ਪਰਸਨ ਨਾਲ ਜੁੜੇ ਹੋਣਗੇ। ਜਦੋਂ ਤੱਕ ਇਹਨਾਂ ਨੂੰ ਇਹਨਾਂ ਦੀ ਮੈਡੀਕਲ ਰਿਕੁਐਸਟ ਇਹਨਾਂ ਨੂੰ ਰਿਸੀਵ ਹੋਈ ਉਸ ਤੋਂ ਇਮੀਡੀਏਟਲੀ ਬਾਅਦ ਇਹਨਾਂ ਦੀ ਰਿਫਿਊਜ਼ਲ ਵੀ ਆ ਚੁੱਕੀ ਸੀ ਜੀ। ਸੋ ਇਹ ਮੈਂ ਕਹਾਂਗਾ ਬੜੀ ਦੁਰਭਾਗੀ ਗੱਲ ਹੈਗੀ ਹੈ ਕਿ ਇੱਕ ਐਪਲੀਕੈਂਟ ਦੀ ਪ੍ਰੋਸੈਸਿੰਗ ਸਿਰਫ ਇਸ ਕਰਕੇ ਰਿਫਿਊਜ਼ ਹੋ ਗਈ ਐਪਲੀਕੇਸ਼ਨ ਕਿ ਉਹਨੂੰ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਨਹੀਂ ਮਿਲ ਪਾਈ। ਜੇਕਰ ਮੈਡੀਕਲ ਹੋ ਜਾਂਦਾ ਸ਼ਾਇਦ ਵੀਜ਼ਾ ਵੀ ਆ ਜਾਂਦਾ। ਸ਼ਾਇਦ ਆ ਜਾਂਦਾ, ਬਿਲਕੁਲ ਜੀ ਇੱਕ ਮਿੰਟ ਨਾ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਵਰਿੰਦਰ ਜੀ। ਦੇਖੋ ਕਹਿੰਦੇ ਨੇ ਨੀਮ ਕੀ ਮਕਤਾ ਹੈ ਹਨਾ, ਵੀ ਜੇ ਇਹਦਾ ਤਾਂ ਤੁਹਾਨੂੰ ਤਾਂ ਤਜਰਬਾ ਹੋਣਾ ਹੋ ਹੀ ਗਿਆ ਨਾ। ਜੇਕਰ ਕਿਉਂਕਿ ਇਹ ਮੈਂ ਤਾਂ ਗੱਲ ਕਰ ਰਿਹਾ ਜੀ ਕਿ ਏਜੰਟਾਂ ਦੀ ਤਾਂ ਜੀ ਬਾੜ ਆਈ ਹੋਈ ਹੈ ਪੂਰੇ ਪੰਜਾਬ ਦੇ ਵਿੱਚ, ਠੀਕ ਹੈ, ਤੇ ਤੁਸੀਂ ਏਜੰਟ ਕੋ ਜਾਂਦੇ ਹੋ, ਏਜੰਟ ਨੇ ਤੁਹਾਡਾ ਕੇਸ ਫੜ ਲੈਣਾ। ਹੁਣ ਜਿਵੇਂ ਕਿ ਇਹ ਕੈਨੇਡਾ ਤੋਂ ਹੀ ਆਥੋਰਾਈਜ਼ ਨੇ, ਕੈਨੇਡਾ ਤੋਂ ਫਾਈਲਿੰਗ ਪ੍ਰੋਸੈਸ ਕਰਦੇ ਨੇ। ਸੋ ਏਜੰਟ ਕੀ ਕਈ ਏਜੰਟ ਕੀ ਕਹਿੰਦੇ ਤੁਹਾਨੂੰ ਕਹਿਣਗੇ ਜੀ ਆਪਾਂ ਤੁਹਾਡੀ ਫਾਈਲ ਜਿਹੜੀ ਹੈ ਕੈਨੇਡਾ ਦੇ ਵਕੀਲ ਕੋਲ ਲਵਾਵਾਂਗੇ ਹਨਾ, ਇਹ ਤਾਂ ਆਪ ਹੀ ਕੈਨੇਡਾ ਤੋਂ ਆਥੋਰਾਈਜ਼ ਨੇ। ਸੋ ਇਹਨਾਂ ਨੇ ਸਿੱਧਾ ਲਾਣਾ ਵਾ। ਸੋ ਉਹ ਇਨਡਾਇਰੈਕਟ ਵੇ ਨਾਲ ਪਤਾ ਨਹੀਂ ਕਿੰਨਵੇਂ ਹੱਥ ਤੁਹਾਡੀ ਫਾਈਲ ਪਹੁੰਚ ਜਾਣੀ ਹੈ, ਉੱਥੋਂ ਕਮਿਊਨੀਕੇਸ਼ਨ ਤੁਰਿਆ। ਬੜੀ ਇੰਪੋਰਟੈਂਟ ਗੱਲ ਸਾਹਮਣੇ ਆਈ ਹੈ, ਅੰਬੈਸੀ ਨੇ ਮੰਗਿਆ ਮੈਡੀਕਲ, ਉੱਥੋਂ ਕਮਿਊਨੀਕੇਸ਼ਨ ਤੁਰ ਪਿਆ ਹਨਾ। ਉਹ ਜਿਹੜੇ ਵੀ ਅੱਗੋਂ ਉਹਨਾਂ ਨੇ ਜਿਹਦੇ ਕੋਲ ਲਵਾਈ ਹੋਈ ਉਹਦੇ ਕੋਲ ਪਹੁੰਚਿਆ, ਅੱਗੋਂ ਹੀ ਅੱਗੋਂ ਗਿਆ। ਉਹ ਇੰਨਾ ਲੰਬਾ ਚੌੜਾ ਸਿਸਟਮ ਦੀ ਏਜੰਟਾਂ ਦਾ ਕਿ ਜਦੋਂ ਤੱਕ ਫਾਈਨਲ ਏਜੰਟ ਜਿਨ੍ਹਾਂ ਦੇ ਥਰੂ ਇਹਨਾਂ ਨੇ ਅਪਲਾਈ ਕੀਤਾ ਸੀ ਉਦੋਂ ਤੱਕ ਪਹੁੰਚਿਆ, ਉਦੋਂ ਤੱਕ ਤਰੀਕ ਵੀ ਲੰਘ ਚੁੱਕੀ ਸੀ, ਹੱਥ 'ਚ ਰਿਫਿਊਜ਼ਲ ਆ ਗਈ ਸੀ। ਸੋ ਹੋ ਸਕਦਾ ਤੁਹਾਡਾ ਵੀਜ਼ਾ ਉਦੋਂ ਹੀ ਆ ਜਾਂਦਾ। ਬਿਲਕੁਲ ਬਿਲਕੁਲ ਸਰ, ਉਸ ਟਾਈਮ ਜਦੋਂ ਪਤਾ ਲੱਗਿਆ ਤੇ ਬੜਾ ਹੀ ਮਨ ਨੂੰ ਦੁੱਖ ਲੱਗਿਆ। ਜੀ। ਐਕਚੁਅਲੀ ਉਹਨਾਂ ਨੇ ਮੈਨੂੰ ਦੱਸਿਆ ਲੇਟ ਸੀ ਜੀ। ਸ਼ਾਇਦ ਉਹਨਾਂ ਨੇ ਈਮੇਲ ਦੇ ਉੱਪਰ ਉਹਨਾਂ ਨੇ ਕੁਛ ਨਾ ਕੁਛ ਡੇਟ ਚੇਂਜ ਕਰ ਦਿੱਤੀ, ਐਡਿਟ ਕਰਕੇ ਉਹਨਾਂ ਨੇ ਮੈਨੂੰ ਮੇਲ ਭੇਜ ਦਿੱਤੀ ਕਿ ਤੁਹਾਡਾ ਮੈਡੀਕਲ ਆਇਆ ਵਾ। ਤੇ ਚਲੋ ਮਨ 'ਚ ਬੜੀ ਖੁਸ਼ੀ ਹੋਈ ਕਿ ਮੈਡੀਕਲ ਕਰਵਾਵਾਂਗੇ ਤੇ ਵੀਜ਼ਾ ਆ ਜਾਏਗਾ। ਤੇ ਉਹਦੇ ਉੱਪਰ ਡੇਟ ਐਡਿਟ ਹੋਈ ਦੀ ਸੀ ਤੇ ਮੈਡੀਕਲ ਆਇਆ ਵਾ, ਮੈਂ ਮੈਡੀਕਲ ਬੁੱਕ ਕਰਾਇਆ ਵਾ ਤੇ ਅਗਲੇ ਦਿਨ ਹੀ ਰਿਫਿਊਜ਼ਲ ਆ ਗਈ ਸੀ ਨਾਲ ਹੀ। ਜੀ। ਉਹ ਟਾਈਮ ਨਿਕਲ ਚੁੱਕਿਆ ਸੀ ਸਰ। ਜੀ। ਸੋ ਕੀ ਕਹਿਣਾ ਚਾਹੋਗੇ ਜੀ, ਕਿਉਂਕਿ ਜਿਹੜੇ ਨੀਮਾਂ ਕੀਮਾਂ ਕੋ ਜਾ ਕੇ ਫਸ ਜਾਂਦੇ ਨੇ। ਸਰ ਬਿਲਕੁਲ ਜੀ, ਆਪਣਾ ਜੇ ਟਾਈਮ ਗਵਾਉਣਾ ਵਾ, ਆਪਣਾ ਟਾਈਮ ਖਰਾਬ ਕਰਨਾ ਵਾ ਤੇ ਇਹੋ ਜਿਹੇ ਏਜੰਟ ਕੋ ਜਾਓ। ਜੇ ਆਪਣਾ ਟਾਈਮ ਬਚਾਉਣਾ ਵਾ ਤੇ ਬਿਲਕੁਲ ਸਾਰਿਆਂ ਨਾਲ ਕੋਈ ਆਉਣਾ ਚਾਹੀਦਾ। ਸੋ ਦੋਸਤੋ ਟਾਈਮ ਤਾਂ ਖਰਾਬ ਹੁੰਦਾ ਹੀ ਹੈ, ਪੈਸਾ ਵੀ ਖਰਾਬ ਹੁੰਦਾ ਹੈ, ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਇਮੋਸ਼ਨਸ ਜਿਹੜੇ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਟੁੱਟਦੇ ਨੇ। ਤੁਸੀਂ ਡਿਸਟਰਬ ਤੁਹਾਡੀ ਇਕੱਲੇ ਤੇ ਨਹੀਂ, ਤੁਹਾਡੇ ਨਾਲ ਕਈ ਤੁਹਾਡੇ ਪਰਿਵਾਰ ਦੀ ਜਿਹੜੀ ਹੈਗੀ ਇਮੋਸ਼ਨਸ ਜੁੜੇ ਹੁੰਦੇ ਨੇ। ਸੋ ਇਹ ਸਭ ਕੁਝ ਡਿਸਟਰਬ ਹੋ ਜਾਂਦਾ ਹੈ। ਸੋ ਸਰ ਜਾਂਦੇ ਜਾਂਦੇ ਇਹ ਦੱਸੋ ਜੀ ਫੁੱਲ ਐਂਡ ਫਾਈਨਲ ਸਹੀ ਰਾਹ ਕੀ ਹੈ? ਔਰ ਇੱਕ ਗੱਲ ਹੈ ਜ਼ਰੂਰ ਪੁੱਛਾਂਗਾ ਕਿ ਜਦੋਂ ਵੀ ਸਪਾਊਸ ਦੀ ਗੱਲ ਹੁੰਦੀ ਹੈ ਇੱਕ ਵੱਡਾ ਚੈਲੰਜ ਹੈ ਕਿ ਵਿਆਹ ਅਸਲੀ ਹੈ ਕਿ ਨਕਲੀ ਹੈ। ਜੀ ਬਿਲਕੁਲ। ਬਹੁਤ ਦੇਖੋ ਸਪਾਊਸਲ ਓਪਨ ਵਰਕਮੈਂਟ ਦੀ ਐਪਲੀਕੇਸ਼ਨ ਆ ਉਹਦਾ ਅਲਟੀਮੇਟਲੀ ਬੇਸ ਇੱਕ ਮੈਰਿਟਲ ਰਿਲੇਸ਼ਨਸ਼ਿਪ ਹੀ ਹੈ। ਸੋ ਜੇ ਸਾਡੀ ਮੈਰਿਟਲ ਰਿਲੇਸ਼ਨਸ਼ਿਪ ਦੇ ਨੂੰ ਲੈ ਕੇ ਕੋਈ ਚੈਲੰਜਸ ਨੇ, ਸਾਡੀ ਜਿਹੜੀ ਮੈਰਿਜ ਹੈ ਉਹ ਐਪਲੀਕੈਂਟ ਯਾਨੀ ਕਿ ਕੁੜੀ ਦਾ ਵੀਜ਼ਾ ਲੱਗਣ ਤੋਂ ਬਾਅਦ ਹੋਈ ਹੈ, ਉਸ ਤੋਂ ਬਾਅਦ ਤੁਹਾਡੀ ਵਾਈਫ ਇਮੀਡੀਏਟਲੀ ਮਹੀਨੇ ਬਾਅਦ ਟਰੈਵਲ ਕਰ ਗਈ ਹੈ, ਸੋ ਹੋ ਸਕਦਾ ਹੈ ਤੁਹਾਡੀ ਫਾਈਲ ਦੇ ਵਿੱਚ ਕੁਝ ਚੈਲੰਜਸ ਆਉਣ। ਸੋ ਮੈਂ ਇਹੀ ਐਡਵਾਈਸ ਕਰਾਂਗਾ ਕਿ ਇੱਕ ਚੰਗੇ ਕੰਸਲਟੈਂਟ ਨੂੰ ਤੁਸੀਂ ਵਿਜ਼ਿਟ ਕਰੋ ਜਿਹੜਾ ਕਿ ਇਹ ਸਾਰਾ ਪ੍ਰੋਸੈਸ ਨੂੰ ਹੈਂਡਲ ਕਰਨ ਦਾ ਐਕਸਪੀਰੀਅੰਸ ਰੱਖਦਾ ਹੋਵੇ, ਉਹਨੂੰ ਡਾਕੂਮੈਂਟੇਸ਼ਨ ਦੀ ਪੂਰੀ ਜਾਂਚ ਹੋਵੇ ਕਿ ਕਿਸ ਤਰ੍ਹਾਂ ਦੇ ਡਾਕੂਮੈਂਟੇਸ਼ਨ ਤੁਹਾਡੇ ਰਿਲੇਸ਼ਨਸ਼ਿਪ ਨੂੰ ਜਸਟੀਫਾਈ ਕਰ ਸਕਦੇ ਹਨ। ਐਸੀ ਅੱਗੇ ਬਿਕੋਜ਼ ਇਹ ਸਿਰਫ ਇੱਕ ਪਿਕਚਰ ਦੇਣ ਦੀ ਗੱਲ ਨਹੀਂ ਹੈ ਜਾਂ ਸਿਰਫ ਇੱਕ ਮੈਰਿਜ ਸਰਟੀਫਿਕੇਟ ਲਗਾਉਣ ਨਾਲ ਰਿਲੇਸ਼ਨਸ਼ਿਪ ਜਸਟੀਫਾਈ ਨਹੀਂ ਹੁੰਦੀ। ਦੇयर ਆਰ ਵੈਰਾਈਟੀ ਆਫ ਐਪਲੀਕੈਂਟ। ਸਾਡੀ ਫਾਈਲਾਂ 'ਚ ਘੱਟੋ ਘੱਟ ਅਸੀਂ 15 ਤੋਂ 17 ਤਰੀਕੇ ਦੇ ਅਲੱਗ-ਅਲੱਗ ਡਾਕੂਮੈਂਟ ਆਪਾਂ ਪ੍ਰੋਡਿਊਸ ਕਰਦੇ ਹਾਂ ਐਮਬੈਸੀ ਅੱਗੇ, ਤਾਂ ਕਿ ਵੀਜ਼ਾ ਆਫਿਸਰ ਕਿਸੇ ਤਰੀਕੇ ਦਾ ਵੀ ਡਾਊਟ ਨਾ ਕਰੇ ਮੈਰਿਟਲ ਰਿਲੇਸ਼ਨਸ਼ਿਪ ਨੂੰ ਲੈ ਕੇ। ਸੋ ਅਸੀਂ ਨੰਬਰ ਆਫ ਕੇਸਿਸ ਹੈਂਡਲ ਕੀਤੇ ਹੈ ਜਿੱਥੇ ਕਿ ਜੇ ਕੁੜੀ ਦਾ ਵੀਜ਼ਾ ਪਹਿਲਾਂ ਲੱਗਾ ਉਸ ਤੋਂ ਬਾਅਦ ਮੈਰਿਜ ਹੋਈ ਹੈ ਤੇ ਈਵਨ ਕੁੜੀ ਜਲਦੀ ਟਰੈਵਲ ਵੀ ਕੀਤੀ ਹੈ, ਫਿਰ ਵੀ ਉਹਨਾਂ ਦੇ ਵੀਜ਼ੇ ਆਏ ਆ। ਤੁਸੀਂ ਸਾਡੇ ਆਫਿਸ 'ਚ ਆ ਕੇ ਇਹੋ ਜਿਹੇ ਕੇਸ ਡੈਫੀਨਿਟਲੀ ਦੇਖ ਸਕਦੇ ਹੋ, ਸਬੂਤ ਨਾਲ ਤੁਹਾਨੂੰ ਅਸੀਂ ਦਿਖਾਵਾਂਗੇ। ਮਤਲਬ ਹੁਣ ਡਿਪਰੈਸ ਵਾਲੀ ਗੱਲ ਨਹੀਂ ਹੈ ਕਿ ਜੇ ਡਿਪਰੈਸ਼ਨ 'ਚ ਜਿੱਦਾਂ ਕਈ ਲੋਕ ਡਿਪਰੈਸ਼ਨ 'ਚ ਆਏ ਪਏ ਇਸੇ ਗੱਲ ਨੂੰ ਲੈ ਕੇ ਕਿ ਯਾਰ ਵੀਜ਼ਾ ਸਪਾਊਸ ਮੇਰਾ ਉੱਥੇ ਹੈ ਮੈਂ ਜਾ ਨਹੀਂ ਪਾ ਰਿਹਾ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ। ਸਿਰਫ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ ਕਿੰਨਾ ਕੁ ਐਕਸਪੀਰੀਅੰਸ ਰੱਖਦਾ ਹੈ, ਕਿੰਨੀ ਕੁ ਨੌਲੇਜ ਰੱਖਦਾ ਹੈ ਸਪਾਊਸਲ ਓਪਨ ਵਰਕਮੈਂਟ ਐਪਲੀਕੇਸ਼ਨ ਨੂੰ ਹੈਂਡਲ ਕਰਨ 'ਚ। ਕਿਉਂਕਿ ਇਹ ਜਿਹੜੀ ਐਪਲੀਕੇਸ਼ਨ ਹੈ ਇੱਕ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਨਹੀਂ ਹੈ, ਇਹ ਐਪਲੀਕੇਸ਼ਨ ਇੱਕ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਨਹੀਂ ਹੈ। ਇਹਦੇ ਅੰਦਰ ਬਹੁਤ ਚੈਲੰਜ ਨੇ, 2 ਜ਼ਿੰਦਗੀਆਂ ਇਨਵੋਲਵ ਨੇ, 2 ਲਾਈਫ ਇਨਵੋਲਵ ਹੈਗੀਆਂ, ਇਮੋਸ਼ਨਸ ਦੀ ਗੱਲ ਹੈਗੀ ਹੈ। ਇੱਕ ਐਪਲੀਕੈਂਟ ਕੈਨੇਡਾ ਬੈਠਾ ਹੈ, ਵਾਈਫ ਤੁਸੀਂ ਇੰਡੀਆ ਹੈਗੇ ਹੋ, ਕਈ ਵਾਰੀ ਫੈਮਿਲੀਜ਼ ਵੀ ਇਨਵੋਲਵ ਨੇ, ਬੱਚੇ ਇਨਵੋਲਵ ਨੇ। ਸੋ ਇਹ ਬਹੁਤ ਜਾਂਚ ਪਰਖ ਕੇ ਤੁਸੀਂ ਡਿਸੀਜਨ ਲੈਣਾ ਹੈ ਕਿ ਤੁਸੀਂ ਆਪਣਾ ਜਿਹੜਾ ਫਿਊਚਰ ਹੈ, ਆਪਣੀ ਜਿਹੜੀ ਲਾਈਫ ਹੈ ਕਿਸੇ ਅਨਆਥੋਰਾਈਜ਼ਡ ਕਿਸੇ ਅਨਐਜੂਕੇਟਿਡ ਏਜੰਟ ਦੇ ਹੱਥ 'ਚ ਦੇਣੀ ਹੈ ਕਿ ਕਿਸੇ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਦੇਣੀ ਹੈ। ਸੋ ਦੋਸਤੋ ਤੁਸੀਂ ਪ੍ਰੋਫਾਈਲ ਵੀ ਦੇਖ ਲਿਆ ਤੇ ਇਹਨਾਂ ਕੋਲੋਂ ਸੁਣ ਵੀ ਲਿਆ। ਸੋ ਜਾਂਦੇ ਜਾਂਦੇ ਤੁਹਾਨੂੰ ਦੱਸ ਦੇਣਾ ਜੀ ਕਿ ਜੇਕਰ ਤੁਹਾਡਾ ਵੀ ਸਰਕਮਸਟੈਂਸਿਸ ਇਹੋ ਜਿਹੇ ਨੇ, ਤੁਹਾਡਾ ਸਪਾਊਸ ਇਸ ਵੇਲੇ ਕੈਨੇਡਾ ਦੇ ਵਿੱਚ ਹੈ ਔਰ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਕਦੋਂ ਆਪਣੀ ਫਾਈਲਿੰਗ ਕਰੋ, ਤੇ ਤੁਹਾਨੂੰ ਕਰਨਾ ਕੀ ਪਏਗਾ? ਤੁਹਾਨੂੰ ਦੀ ਇਮੀਗ੍ਰੇਸ਼ਨ ਲਾਉਂਜ ਤੇ ਫੋਨ ਕਰਕੇ
ਆਪਣੀ ਅਪਾਇੰਟਮੈਂਟ ਲੈਣੀ ਪਏਗੀ 99 88 161 161। ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ 99 88 161 161 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਆਇਓ, ਕਿਉਂਕਿ ਇਹਨਾਂ ਦਾ ਜਿਹੜਾ ਸਮੇਂ ਤੁਹਾਨੂੰ ਵੀ ਪਤਾ ਹੈ, ਕਿਉਂਕਿ ਅੱਜ ਦੀ ਡੇਟ 'ਚ ਬਹੁਤ ਸਾਰੇ ਕੇਸਿਸ ਜਿਹੜੇ ਪੈਂਡਿੰਗ ਨੇ ਇਹੋ ਜਿਹੇ ਸਟੂਡੈਂਟ ਦੇ। ਸੋ ਤੁਹਾਨੂੰ ਖੱਜਲ ਨਾ ਹੋਣਾ ਪਵੇ, ਇਸ ਕਰਕੇ ਆਪਣਾ ਸਮਾਂ ਲੈ ਕੇ ਆਓ, ਆਪਣੀ ਅਪਾਇੰਟਮੈਂਟ ਲੈ ਕੇ ਆਓ ਤੇ ਤੁਸੀਂ ਵੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ। ਔਰ ਇੱਥੇ ਆਉਣ ਤੋਂ ਬਾਅਦ ਇਹਨਾਂ ਦੀ ਸਲਾਹ ਲਵੋ ਤੇ ਇਹਨਾਂ ਦੀ ਪ੍ਰੋਫਾਈਲ ਦੇਖੋ, ਚੈੱਕ ਕਰੋ ਤੇ ਲਵੋ ਆਪਣਾ ਫੈਸਲਾ, ਕਿਉਂਕਿ ਸ਼ਾਇਦ ਤੁਹਾਡਾ ਫੈਸਲਾ ਤੁਹਾਡੀ ਜ਼ਿੰਦਗੀ ਬਦਲ ਦੇਵੇ।